ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਹਰਾ ਸੁਖੀ ਵਿਆਧੀ ਆਲਸੀ, ਕਮਤ ਰਸਕ ਬਹੁ ਸੋਏ। ਤਿਹ ਅਧਿਕਾਰ ਨਾ ਸ਼ਾਸਤਰ ਕੋ, ਖਟ ਦੋਖੀ ਜਨ ਸੋਏ। ਸੁਖੀ ਵਿਆਧੀ ਆਲਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਰ ਕਿਤਾਬੜੀ ਦਾ ਤੀਸਰਾ ਅਧਿਆਏ ਆਪਾਂ ਵਿਚਾਰ ਰਹੇ ਹਾਂ, ਜਿਹਦੇ ਆਪਾਂ ਕੱਲ੍ਹ 3 ਹੀ ਛੰਦ ਕੀਤੇ ਸੀ। ਅੱਜ ਚੌਥੇ ਛੰਦ ਦੀ ਪ੍ਰਾਰੰਭਤਾ ਕਰ ਲੱਗੇ ਹਾਂ। ਅੱਜ ਪੰਡਿਤ ਹਰਦਿਆਲ ਜੀ ਚੌਥੇ ਦੋਹਰੇ ਅੰਦਰ ਇਹ ਦੱਸ ਰਹੇ ਹੈ ਅਨਅਧਿਕਾਰੀ ਦਾ ਕੀ ਲੱਛਣ ਹੈ, ਅਤੇ ਅਨਅਧਿਕਾਰੀ ਜਾਂ ਵੀ ਕਿਸ ਨੂੰ ਪੜ੍ਹਨਾ ਨਹੀਂ ਚਾਹੀਦਾ, ਜਿਹਦੇ ਇਹ ਲੱਛਣ ਹੈ ਉਹਨੂੰ ਪੜ੍ਹਨਾ ਨਹੀਂ ਚਾਹੀਦਾ। ਉਹ ਕੀ ਹੈ ਦੋਹਰੇ ਵਿੱਚ ਉਚਾਰਦੇ ਹੈ, ਸੁਖੀ ਵਿਆਧੀ ਆਲਸੀ। ਹਾਂਜੀ, ਸੁੱਖ ਰਹਿਣਾ, ਜਿਹੜਾ ਸੁੱਖ ਨਾਲ ਰਹਿੰਦਾ ਹੋਇਆ ਮਨੁੱਖ ਬਹੁਤ ਸੁਖੀ ਆ, ਸੁਖੀਆ ਮਨੁੱਖ। ਵਿਆਧੀ, ਜਿਹਨੂੰ ਰੋਗ ਹੋਇਆ ਰੋਗੀ। ਆਲਸੀ, ਜਿਹੜਾ ਦਲਿੱਦਰੀ ਆ, ਹਰ ਵੇਲੇ ਸੁੱਤਾ ਸੁੱਤਾ ਰਹਿੰਦਾ। ਕੁਮੱਤ ਰਸਕ ਬਹੁ ਸੋਏ, ਫਿਰ ਖੋਟੀ ਮੱਤ ਵਾਲਾ, ਬੇਸਮਝ ਮਾੜੀ ਸੋਚ ਵਾਲਾ, ਮਾੜੀ ਅਕਲ ਵਾਲਾ। ਰਸਕ, ਤਰ੍ਹਾਂ ਤਰ੍ਹਾਂ ਦੇ ਖਾਣ ਦੇ ਸਵਾਦ ਲੈਣ ਵਾਲਾ। ਰਸੀਆ ਬਹੁਤ ਹੈ, ਬਹੁ ਕਹੀਏ ਬਹੁਤਾ। ਸੋਏ, ਫਿਰ ਬਹੁਤਾ ਸੋਏ ਕਹੀਏ ਸੌਣ ਵਾਲਾ, ਜ਼ਿਆਦਾ ਸੌਣ ਵਾਲਾ। ਬਹੁ ਦਹਿਲੀ ਬਚ ਗਏ, ਬਹੁਤਾ ਰਸੀਆ ਵਾ ਅਤੇ ਬਹੁਤਾ ਸੋਏ ਕਹੀਏ ਸੌਣ ਵਾਲਾ। ਤੇ ਅਧਿਕਾਰ ਨਾ ਸ਼ਾਸਤਰ ਕੋ, ਕਹਿੰਦੇ ਜਿਹੜੇ ਇਹ ਉਪਰੋਕਤ ਆਖੇ ਨਾ 6 ਦੋਸ਼। ਸੁਖੀ, ਬਹੁਤਾ ਸੁਖੀਆ ਹੋਵੇ, ਸੁੱਖ ਵਿੱਚ ਰਹਿਣ ਵਾਲਾ। ਰੋਗੀ, ਆਲਸੀ, ਖੋਟੀ ਮੱਤ ਵਾਲਾ। ਰਸੀਆ, ਬਹੁਤਾ ਸੌਣ ਵਾਲਾ। 6 ਚੀਜ਼ਾਂ ਹੋ ਗਈਆਂ। ਕਹਿੰਦੇ ਇਹ ਉਪਰੋਕਤ ਆਖੇ ਜਿਹੜੇ 6 ਦੋਸ਼ ਆ, ਜਿਸ ਵਿੱਚ ਹੈ, ਜਿਸ ਵਿੱਚ ਹੋਣ, ਤੇ ਇਹ ਅਧਿਕਾਰ ਨਾ ਸ਼ਾਸਤਰ ਕੋ, ਤੇ ਕਹੀਏ ਉਸ ਪੁਰਸ਼ ਨੂੰ ਸ਼ਾਸਤਰ ਕੋ ਕਹੀਏ ਦਾ, ਸ਼ਾਸਤਰ ਪੜ੍ਹਨ ਦਾ ਕੋਈ ਅਧਿਕਾਰ ਨਹੀਂ, ਕੋਈ ਹੱਕ ਨਹੀਂ ਹਨ। ਕਿਹਨੂੰ? ਖਟ ਦੋਖੀ ਜਨ ਜੋਏ। ਹਾਂ, ਜਿਸ ਜਨ ਵਿੱਚ ਇਹ ਖਟ ਦੋਸ਼ ਜੋਏ ਕਹੀਏ ਦੇਖੇ ਜਾਂਦੇ ਆ, ਜਾਂ ਜੋਏ ਕਹੀਏ ਜਿਸ ਪੁਰਸ਼ ਵਿੱਚ ਇਹ ਖਟ ਦੋਸ਼ ਆ ਜਿਹੜੇ ਉਪਰੋਕਤ ਦੱਸੇ ਹੋਏ ਆ, ਉਹਨੂੰ ਵਿੱਦਿਆ ਪੜ੍ਹਨ ਦਾ ਕੋਈ ਹੱਕ ਨਹੀਂ ਹੈ। ਕਿਉਂਕਿ ਜਿਹੜਾ ਆਰਾਮ ਪ੍ਰਸਤ ਮਨੁੱਖ ਆ ਉਹ ਕਦੀ ਪੜ੍ਹ ਨਹੀਂ ਸਕਦਾ, ਕਿਉਂਕਿ ਪੜ੍ਹਨ ਲੱਗਿਆਂ ਮਿਹਨਤ ਕਰਨੀ ਪੈਂਦੀ ਹੈ। ਅਤੇ ਜਿਹੜਾ ਸੁਖੀਆ ਮਨੁੱਖ ਆ, ਸੁੱਖ ਵਿੱਚ ਰਹਿਣ ਵਾਲਾ, ਉਹ ਮਿਹਨਤ ਕਰਨੋਂ ਕੰਨੀ ਕਤਰਾਉਂਦਾ। ਅਤੇ ਵਿਆਧੀ, ਰੋਗੀ, ਲੰਮੀ ਜਿਹਨੂੰ ਬਿਮਾਰੀ ਹੋਈ ਆ, ਉਹ ਲੰਮੀ ਬਿਮਾਰੀ ਵਾਲਾ ਮਨੁੱਖ ਵੀ ਪੜ੍ਹਾਈ ਨਹੀਂ ਕਰ ਸਕਦਾ, ਕਿਉਂਕਿ ਉਹਨੇ ਕਹਿਣਾ ਮੈਂ ਠੀਕ ਨਹੀਂ ਹਾਂ ਪੜ੍ਹਨ ਵੇਲੇ। ਫਿਰ ਜਿਹੜਾ ਆਲਸੀ ਆ, ਉਹ ਮਨੁੱਖ ਨਹੀਂ ਪੜ੍ਹ ਸਕਦਾ, ਕਿਉਂਕਿ ਉਸਨੇ ਉਦਮ ਹੀ ਨਹੀਂ ਕਰਨਾ, ਪੜ੍ਹੇਗਾ ਕੀ। ਜਿਹੜਾ ਭੈੜੀ ਸੋਚ ਵਾਲਾ, ਅਕਲ ਵਾਲਾ, ਕੁਮੱਤੀਆ, ਮੋਟੀ ਮੱਤ ਵਾਲਾ, ਜਿਸ ਦੀ ਰਬੜ ਬੁੱਧੀ ਹੈ, ਉਹ ਵੀ ਨਹੀਂ ਪੜ੍ਹ ਸਕਦਾ, ਉਹ ਵੀ ਨਹੀਂ ਕੁਝ ਕਰ ਸਕਦਾ। ਜਿਹਦੀ ਮੱਤ ਹੀ ਮਾੜੀ ਹੈ, ਭੈੜੀ ਹੈ, ਉਹਨੂੰ ਸਮਝ ਹੀ ਨਹੀਂ ਪੈਣੀ। ਫਿਰ ਤਰ੍ਹਾਂ ਤਰ੍ਹਾਂ ਦੇ ਜਿਹੜਾ ਰਸਕ ਸਵਾਦ ਲੈਣ ਵਾਲਾ ਹੈ, ਜ਼ੁਬਾਨ ਦੇ ਚਸਕੇ ਵਾਲਾ, ਉਹ ਵੀ ਮਨੁੱਖ ਨਹੀਂ ਪੜ੍ਹ ਸਕਦਾ, ਕਿਉਂਕਿ ਉਹਦੀ ਸੋਚ ਤਾਂ ਖਾਣ ਪੀਣ ਵਿੱਚ ਜ਼ਿਆਦਾ ਹੋਵੇਗੀ, ਹੁੰਦੀ ਹੈ, ਅਤੇ ਪੜ੍ਹੇਗਾ ਉਹ ਕੀ। ਅਤੇ 6ਵਾਂ ਜਿਹੜਾ ਸੌਣ ਵਾਲਾ, ਬਹੁਤਾ ਵੀ ਨਹੀਂ ਪੜ੍ਹ ਸਕਦਾ। ਜਿਹੜਾ ਮਨੁੱਖ ਜਾਗ ਹੀ ਨਹੀਂ ਸਕਦਾ, ਉਹ ਵੀ ਪੜ੍ਹਨ ਦਾ ਅਧਿਕਾਰੀ ਨਹੀਂ। ਪੜ੍ਹਨ ਵਾਲਾ ਤਾਂ ਦਿਨ ਰਾਤ ਇੱਕ ਕਰ ਦਿੰਦਾ ਜਿਹਨੇ ਪੜ੍ਹਨਾ ਹੁੰਦਾ। ਵਿਦਿਆ ਮੈਂ ਵਿਦਵੰਸੀ ਰਚਿਆ, ਗੁਰਬਾਣੀ ਵਿੱਚ ਆਉਂਦਾ। ਇਸ ਕਰਕੇ 6 ਦੋਸ਼ਾਂ ਵਾਲੇ ਨੂੰ ਕੋਈ ਅਧਿਕਾਰ ਨਹੀਂ ਹੈ ਵਿਦਿਆ ਪੜ੍ਹਨ ਦਾ, ਉਹ ਵਿਦਿਆ ਨਹੀਂ ਪੜ੍ਹ ਸਕਦਾ। ਸ਼ੰਕਰ ਛੰਦ, ਅੱਗੇ ਸ਼ੰਕਰ ਛੰਦ ਉਚਾਰ ਰਹੇ ਹੈ। ਕਛ ਘਰਿਤ ਸਨੇਹ ਨਾ ਲਵਣ, ਕਛ ਘਰਿਤ ਸਨੇਹ। ਸ਼ੰਕਰ ਛੰਦ ਵਿੱਚ ਇਹ ਉਚਾਰ ਰਹੇ ਆ,
ਕਾਛ ਘਰੇਤ ਸਨੇਹ ਨਾ ਲਵਣ ਤੰਦਲ, ਤੰਦਲ ਦੀ ਵਿਸ਼ਰਾਮ। ਜਿਸ ਮਨੁੱਖ ਦੇ ਘਰ ਵਿੱਚ ਕਾਛ ਕਹੀਏ ਕੁਝ, ਘਰੇਤ ਕਹੀਏ ਘਿਓ, ਸਨੇਹ ਕਹੀਏ ਤੇਲ, ਲਵਣ ਕਹੀਏ ਲੂਣ ਅਤੇ ਤੰਦਲ ਕਹੀਏ ਚੌਲ, ਚੌਲ ਕਹੀਏ ਤੰਦਲ ਕਹੀਏ ਚੌਲ, ਨਾ ਕਹੀਏ ਨਹੀਂ ਹੈ। ਜਿਸ ਮਨੁੱਖ ਦੇ ਘਰ ਵਿੱਚ ਕੁਝ ਘਿਓ, ਤੇਲ, ਲੂਣ, ਚੌਲ ਹੈ ਹੀ ਨਹੀਂ ਹਨ, ਤੱਕਰ ਧਾਮ ਨਾ ਦਾਮ। ਫਿਰ ਤੱਕਰ ਕਹੀਏ ਲੱਸੀ, ਲੱਸੀ ਤੱਕ ਵੀ ਨਹੀਂ ਹੈਗੀ। ਅਤੇ ਇਹਨਾਂ ਨੂੰ ਖਰੀਦਣ ਵਾਸਤੇ ਧਾਮ, ਧਾਮ ਕਹੀਏ ਘਰ, ਘਰ ਵਿੱਚ ਕੋਈ ਦਾਮ ਕਹੀਏ ਦਮੜਾ, ਪੈਸਾ ਧੇਲਾ ਵੀ ਨਹੀਂ ਹੈ। ਜਾਂ ਸੰਚਰੀ ਜੇ ਚਿੱਤ ਚਿੰਤਾ, ਫਿਰ ਜਾਂ ਕਹੀਏ ਇਹਨਾਂ ਚੀਜ਼ਾਂ ਦੀ ਜਿਹੜੀ ਉਪਰੋਕਤ ਦੱਸੇ ਨਾ, ਲੂਣ ਘਿਓ ਲੱਸੀ ਲੁੱਸੀ ਅਤੇ ਤੇਲ ਤੂਲ ਚੌਲ ਚੂਲ ਚਾਹੀਦੇ, ਇਹ ਉਪਰੋਕਤ ਜਿਹੜੀਆਂ ਚੀਜ਼ਾਂ ਕਥਨ ਕੀਤੀਆਂ ਨਾ ਉੱਪਰ, ਅਤੇ ਇਹਨਾਂ ਪਦਾਰਥਾਂ ਨੂੰ ਜਾਂ ਸੰਚਰੀ, ਇਹਨਾਂ ਪਦਾਰਥਾਂ ਨੂੰ ਹੀ ਸੰਚਰੀ ਕਹੀਏ ਇਕੱਤਰ ਕਰਨ ਦੀ। ਜੇ ਕਹੀਏ ਜਿਸ ਮਨੁੱਖ ਦੇ ਚਿੱਤ ਵਿੱਚ ਹਮੇਸ਼ਾ ਚਿੰਤਾ ਲੱਗੀ ਹੋਈ ਆ, ਚਿੰਤਾ ਲੱਗੀ ਰਹਿੰਦੀ ਹੈ, ਧਾਮ ਕੀ ਦੁੱਖ ਧਾਮ, ਉਹ ਘਰ ਧਾਮ ਕੀ, ਉਹ ਘਰ ਕੀ ਹੈ, ਉਹ ਘਰ ਕੀ ਹੈ, ਬਲਕਿ ਉਹ ਘਰ ਜਿਹੜਾ ਧਾਮ ਹੈ ਨਾ, ਉਹ ਤਾਂ ਦੁੱਖ ਧਾਮ, ਦੁੱਖਾਂ ਦਾ ਹੀ ਘਰ ਆ। ਉਹ ਘਰ ਕੀ ਆ, ਜਿਹੜੇ ਘਰ ਵਿੱਚ ਕੋਈ ਦਮੜਾ ਧੇਲਾ ਹੀ ਨਹੀਂ ਹੈਗਾ ਲੂਣ ਪਾਣੀ ਨੂੰ, ਉਹ ਘਰ ਧਾਮ ਕੀ, ਉਹ ਧਾਮ ਘਰ ਕੀ ਆ, ਉਹਦੇ ਦੁੱਖ ਧਾਮ, ਦੁੱਖਾਂ ਦਾ ਹੀ ਘਰ ਆ। ਭਈ ਨਾਸ ਪਰਾਗ ਅਗਾਮ ਕੀ ਬੁੱਧ, ਇੱਥੇ ਵਿਸ਼ਰਾਮ, ਵਿਸ਼ਰਾਮ ਲਾਉਣਾ ਕਿਤੇ, ਭਾਈ ਨਾਸ ਪਰਾਗ ਅਗਾਮ ਕੀ ਬੁੱਧ। ਇਸੇ ਚਿੰਤਾ ਕਰਕੇ ਉਸ ਮਨੁੱਖ ਦੀ ਜਿਹੜੀ ਪਰਾਗ ਹੈ ਨਾ, ਪਰਾਗ ਕਹੀਏ ਪੂਰਬਲੀ, ਅਤੇ ਅਗਾਮ ਕਹੀਏ ਅੱਗੇ ਹੋਣ ਵਾਲੀ, ਅਗਲੀ, ਪਿਛਲੀ, ਪੂਰਬਲੀ ਭਾਵ ਪਹਿਲੀ, ਅਤੇ ਅਗਾਮ ਕਹੀਏ ਅੱਗੇ ਹੋਣ ਵਾਲੀ, ਸਾਰੀ ਜਿਹੜੀ ਬੁੱਧ ਆ, ਬੁੱਧੀ ਆ, ਮੱਤ ਆ, ਉਹ ਤਾਂ ਨਾਸ ਭਾਈ ਭਾਵ ਨਾਸ ਹੋਈ, ਜਾਂ ਵੀ ਉਹਦੀ ਤਾਂ ਨਾਤੀ ਮੱਤ ਜਿਹੜੀ ਅਗਲੀ ਪਿਛਲੀ ਦੇ ਨਾਸ ਹੋਈ ਪਈ ਹੈ, ਹੋ ਗਈ ਹੈ। ਜਾਂ ਉਹਦੀ ਜਿਹੜੇ ਇਹ ਚੀਜ਼ਾਂ ਨੂੰ ਇਕੱਤਰ ਕਰਨਾ ਚਾਹੁੰਦਾ, ਉਹਦੀ ਤਾਂ ਅਗਲੀ ਪਿਛਲੀ ਬੋਧੀ ਜਿਹੜੀ ਨਾਸ ਹੋ ਜਾਂਦੀ ਹੈ। ਮੂੜ ਮੋਹੇ ਹੋ ਬਾਮ, ਉਹ ਸਗੋਂ ਜਿਹੜਾ ਮੂੜ ਮੂਰਖ ਆ ਮਨੁੱਖ, ਆਪਣੀ ਬਾਮ ਕਹੀਏ ਇਸਤਰੀ ਦਾ ਮੋਹਿਆ ਹੋਇਆ ਇਹਨਾਂ ਦੁੱਖਾਂ ਨੂੰ ਸਹਾਰਦਾ, ਕਿਉਂਕਿ ਉਹਦੇ ਘਰ ਹੀ ਚੀਜ਼ਾਂ ਦੀ ਲੋੜ ਪੈਂਦੀ ਹੈ, ਜਿਹੜਾ ਗ੍ਰਹਿਸਥੀ ਨਾ ਹੋਇਆ ਹੋਵੇ। ਚਲੋ ਗ੍ਰਹਿਸਥ ਜ਼ਰੂਰੀ, ਇੱਥੇ ਵਿਸ਼ਾ ਨਹੀਂ ਆ, ਇੱਥੇ ਤਾਂ ਇਹ ਗੱਲ ਆ ਵੀ ਉਹਨੇ ਪੜ੍ਹਨਾ ਵਿਚਾਰੇ ਨੇ ਕੀ ਆ, ਜਿਹੜਾ ਜਿਹਦੀ ਇੰਨੀ ਚਿੰਤਾ, ਉਹਦੀ ਤਾਂ ਅਗਲੀ ਪਿਛਲੀ ਬੁੱਧ ਇਹਨਾਂ ਕੰਮਾਂ 'ਚ ਨਾਸ ਹੋ ਗਈ, ਉਹਦੇ ਮੂਰਖ ਬਾਮ ਕਹੀਏ ਇੱਧਰ ਆਪਣੀ ਇਸਤਰੀ ਦੇ ਮੋਹ ਵਿੱਚ ਮੋਹਿਆ ਹੋਇਆ ਵਾ ਮੂਰਖ। ਅਧਿਕਾਰ ਨਹਿ ਤਹਿ ਸ਼ਾਸਤਰ ਕੋ, ਤਹਿ ਕਹੀਏ ਉਸ ਮਨੁੱਖ, ਤਹਿ ਦਾ ਅਰਥ ਉਸ ਮਨੁੱਖ ਨੂੰ ਸ਼ਾਸਤਰ ਜਿਹੜਾ ਗ੍ਰੰਥ ਆ, ਸ਼ਾਸਤਰਾਂ ਦੇ ਗ੍ਰੰਥਾਂ ਦਾ, ਉਹਦਾ ਅਰਥ ਦਾ ਸ਼ਾਸਤਰਾਂ ਦਾ, ਗ੍ਰੰਥਾਂ ਦਾ, ਵਿਦਿਆ ਪੜ੍ਹਨ ਦਾ ਕੋਈ ਅਧਿਕਾਰ ਨਹੀਂ ਹੈ, ਹੱਕ ਨਹੀਂ। ਸੋ ਭਜੇ ਨਿਤ ਸ਼੍ਰੀ ਰਾਮ। ਫਿਰ ਵੀ ਉਹ ਪ੍ਰਸ਼ਨ ਆ, ਉਹਨੂੰ ਉਹ ਕੀ ਕਰਨਾ ਕਰੇ ਇਹੋ ਜਿਹਾ ਮਨੁੱਖ ਵਿਚਾਰਾ। ਪੰਡਿਤ ਹਰਦਿਆਲ ਜੀ ਲਿਖਦੇ, ਸੋ ਭਜੇ ਨਿਤ ਸ਼੍ਰੀ ਰਾਮ। ਸੋ ਕਹੀਏ ਉਹ ਮਨੁੱਖ ਤੇ ਨਿਤ ਨਿਤਾ ਪ੍ਰਤੀ ਹਮੇਸ਼ਾ ਹੀ ਨਾ ਸ਼੍ਰੀ ਰਾਮ ਅਥਵਾ ਜਿਹੜਾ ਇਹੋ ਜਿਹੀ ਚਿੰਤਾ ਵਿੱਚ ਆ, ਉਹ ਵਾਹਿਗੁਰੂ ਵਾਹਿਗੁਰੂ, ਰਾਮ ਰਾਮ, ਹਰੇ ਹਰੇ, ਕ੍ਰਿਸ਼ਨ ਕ੍ਰਿਸ਼ਨ ਭਜੇ ਕਹੀਏ, ਇਸੇ ਜਾਪਦਾ ਹੀ ਭਜੇ ਸਿਮਰਨ ਕਰੇ, ਭਜਨਾ ਕਰੇ, ਸਿਮਰਨ ਕਰਨਾ ਕਰੇ। ਕਿਉਂਕਿ ਉਹਦੀ ਤਾਂ ਹਾਲਤ ਇਹੋ ਜਿਹੀ ਹੋਈ ਪਈ ਵਿਚਾਰਾ, ਕੀ ਉਹ ਪੜ੍ਹੂਗਾ ਕੀ ਨਾ ਪੜ੍ਹੂਗਾ। ਉਹ ਤਾਂ ਘਰ ਵਿੱਚ ਬੈਠ ਕੇ ਕੇਵਲ ਰੱਬ ਦਾ ਨਾਂ ਹੀ ਲਵੇ, ਉਹਦੇ ਝੰਜਟਾਂ ਵਿੱਚ ਨਾ ਪਵੇ। ਇਸ ਤਰ੍ਹਾਂ ਜਿਹੜਾ ਤੱਕਰ ਸ਼ਬਦ ਹੈ ਨਾ ਸ਼ੰਕਰ ਸ਼ਾਂਦ ਵਿੱਚ, ਤੱਕਰ, ਇਹਨੂੰ ਤੱਕਰ ਨਾਮ ਹੈਗਾ ਲੱਸੀ ਦਾ।
ਖੱਟੀ ਲੱਸੀ ਜਿਹਨੂੰ ਕਹਿੰਦੇ ਆ, ਅਤੇ ਪਾਣੀ 'ਚ ਮਿਲਾ ਕੇ ਦਹੀਂ ਰਿੜਕਣ ਤੋਂ ਮੱਖਣ ਕੱਢਣ ਪਿੱਛੋਂ ਜੋ ਦਹੀਂ ਰਹਿ ਜਾਂਦਾ ਉਸ ਦੀ ਤੱਕਰ ਸੰਗਿਆ। ਇਹ ਪਿੱਤੇ ਨੂੰ ਸ਼ਾਂਤ ਕਰਨ ਵਾਲਾ, ਮਿਹਦੇ ਲਈ ਗੁਣਕਾਰੀ, ਵੀਰਜ ਨੂੰ ਪੁਸ਼ਟ ਕਰਨ ਵਾਲਾ, ਵਧੀਆ ਕਰਨ ਵਾਲਾ, ਹਾਂ ਜਿਹੜੇ ਲੈਟਰਨਾਂ ਲੱਗ ਜਾਂਦੀਆਂ ਅਤੀਸਾਰ ਹਟਾਉਣ ਵਾਲਾ, ਉਮਰ ਵਧਾਉਣ ਵਾਲਾ ਹੁੰਦਾ ਇਹ ਤੱਕਰ। ਮਾਨਕੋਚ ਦੱਸਿਆ ਹੋਇਆ ਤੱਕਰ ਭਾਵ ਖੱਟੀ ਲੱਸੀ। ਜਦੋਂ ਆਪਾਂ ਦਹੀਂ ਰਿੜਕਦੇ ਹਾਂ ਵਿੱਚ ਮੱਖਣ ਜਾਂ ਕੱਢ ਲੈਂਦੇ ਹਾਂ, ਜਿਹੜੀ ਲੱਸੀ ਵੱਜਦੀ ਨੂੰ ਉਹ ਸੰਗਿਆ ਹੀ ਹੈ। ਇੱਕ ਤੱਕਰ ਨਾਮ ਰੱਖਿਆ ਹੋਇਆ ਸੰਸਕ੍ਰਿਤ ਵਿੱਚ, ਇਹਦਾ ਇਹ ਅਰਥ ਆ। ਪਰਾਗ ਨਾਮ ਕੀ ਆ? ਪਹਿਲੀ, ਪੂਰਬਲੀ ਜਾਂ ਪਹਿਲੀ, ਅਤੇ ਆਗਮ ਨਾਮ ਆਉਣ ਵਾਲਾ, ਅੱਗੋਂ ਆਉਣ ਵਾਲਾ ਸਮਾਂ, ਭਵਿੱਖ ਦਾ ਸਮਾਂ। ਜਾਂ ਸਿੱਧਾ ਲਾ ਲਓ ਵੀ ਆਗਮ ਅਗਲੀ, ਪਰਾਗ ਗਈ ਪਿਛਲੀ। ਅਗਲੀ ਪਿਛਲੀ ਉਹਦੀ ਤਾਂ ਬੁੱਧੀ ਨਾਸ ਜਿਹੜੀ ਹੋਈ ਪਈ ਹੈ, ਹੋ ਗਈ ਹੈ। ਅਤੇ ਦੱਸੋ ਵੀ ਉਹ ਮੂੜ ਮੋਹਿਓ ਮਾਂ, ਉਹ ਜਿਹੜਾ ਇਹੋ ਜਿਹਾ ਮੂਰਖ ਆ ਨਾ, ਉਹਦੀ ਤਾਂ ਬੁੱਧੀ ਨਾਸ ਹੋ ਗਈ ਆ। ਜਿਹਦਾ ਮਨ ਮੂਰਖ ਦਾ ਮੂੜ ਮੋਹਿਓ ਬਾਮ, ਮੂਰਖ ਨੂੰ ਬਾਮ ਇਸਤਰੀ ਨੇ ਮੋਹਿਆ ਹੋਇਆ। ਭਾਵ ਵਿਸ਼ਿਆਂ ਵਿੱਚ ਫਸਿਆ ਮਨੁੱਖ ਵੀ ਪੜ੍ਹਨ ਦਾ ਜਿਹੜਾ ਖਿਆਲ ਛੱਡ ਦੇਵੇ, ਇਹ ਵੱਖਰਾ ਅਰਥ ਹੀ ਹੋ ਜਾਂਦਾ। ਉਹਦੀ ਤਾਂ ਗਲੀ ਪਿਛਲੀ ਬੁੱਧੀ ਨਾਸ ਹੋਈ ਪਈ ਹੈ ਇਹਨਾਂ ਚੀਜ਼ਾਂ ਵਿੱਚ, ਅਤੇ ਮੂੜ ਮੋਹਿਓ ਬਾਮ, ਅਤੇ ਜਿਹੜਾ ਬਾਮ ਇਸਤਰੀ ਦੇ ਮੋਹ ਵਿੱਚ, ਵਿਸ਼ਿਆਂ ਵਿੱਚ ਮੋਹਿਆ ਹੋਇਆ ਮੂਰਖ, ਉਹ ਵੀ ਭੁੱਲ ਜੇ ਪੜ੍ਹਨਾ। ਅਤੇ ਸ਼ਾਸਤਰ ਕੋ, ਉਹਨੂੰ ਸ਼ਾਸਤਰ ਦਾ ਅਧਿਕਾਰ ਕੋਈ ਨਹੀਂ ਹੈਗਾ। ਸੋ ਭਜੇ ਨਿਤ ਸ੍ਰੀ ਰਾਮ, ਸ੍ਰੀ ਭਗਵਾਨ ਪਰਮੇਸ਼ਰ ਨੂੰ, ਉਹਦਾ ਇਹ ਭਜੇ, ਭਜਨ ਕਰਨਾ ਕਰੇ, ਸਿਮਰਨ ਕਰਨਾ ਕਰੇ। ਇਹ ਇੱਥੇ ਜਿਹੜਾ ਕਹਿ ਰਹੇ ਸੋਰਠਾ ਜੇ ਨਿਜ ਮਤ ਕਛ ਨਾਹੀ। ਹੁਣ ਕਹਿੰਦੇ ਆ ਜਿਸ ਮਨੁੱਖ ਦੀ, ਜੇ ਕਹੀਏ ਜਿਸ ਮਨੁੱਖ ਦੀ ਨਿਜ ਕਹੀਏ ਆਪਣੀ ਮਤ ਬੁੱਧੀ ਕਛ ਨਾਹੀ, ਕੁਝ ਹੈ ਹੀ ਨਹੀਂ, ਜਿਹਨੂੰ ਆਪਣੀ ਅਕਲ ਬੁੱਧ ਮਤ ਕੋਈ ਹੈ ਹੀ ਨਹੀਂ ਜਿਹਦੇ ਅੰਦਰ। ਸ਼ਾਸਤਰ ਤਾਹੇ ਕੋ ਕਿਆ ਕਰੇ, ਦੱਸੋ ਕਿ ਉਹਨੂੰ ਜਿਹੜਾ ਸ਼ਾਸਤਰ ਧਰਮ ਗ੍ਰੰਥ ਆ, ਤਾਹੇ ਕਹੀਏ ਉਸ ਪੁਰਸ਼ ਨੂੰ, ਤਾਹੇ ਕੋ ਉਸ ਨੂੰ ਸ਼ਾਸਤਰ ਗ੍ਰੰਥ ਕਿਆ ਕਰੇ, ਕੀ ਕਰੇ, ਕੀ ਕਰਨਾ ਕਰੇ ਦੱਸੋ ਉਹਦਾ। ਜਿਹਦੀ ਆਪਣੀ ਅਕਲ ਮਤ ਹੀ ਨਹੀਂ ਹੈਗੀ, ਉਹਨੂੰ ਸ਼ਾਸਤਰ ਵਿਚਾਰਾ ਕੀ ਕਰ ਦੇਵੇ। ਲੋਚਨ ਬਿਨ ਜੋ ਆਹੇ, ਲੋਚਨ ਬਿਨ ਜੋ ਆਹੇ। ਦ੍ਰਿਸ਼ਟਾਂਤ ਅੱਗੇ ਦੇ ਰਹੇ ਵੀ ਜੋ ਜਿਹੜੇ ਮਨੁੱਖ ਪਹਿਲਾਂ ਹੀ ਜਿਹੜਾ ਲੋਚਨ ਕਹੀਏ ਨੇਤਰ, ਨੇਤਰਾਂ ਤੋਂ ਬਿਨਾਂ ਬਗੈਰ ਆ, ਭਾਵ ਅੰਨੇ ਆ, ਅੰਨੇ ਹੈ, ਆਹੇ ਦਾ ਅਰਥ ਹੁੰਦਾ ਹਨ ਜਾਂ ਹੈ। ਜੋ ਪੁਰਸ਼ ਨੇਤਰਾਂ ਤੋਂ ਬਿਨਾਂ ਹੀ ਹੈ ਜਾਂ ਬਿਨਾਂ ਹੀ ਹਨ, ਪ੍ਰਤਿਬਿੰਬੀ ਕਿਆ ਕਰੇ ਤੇ, ਪ੍ਰਤਿਬਿੰਬੀ ਇਹ ਪਾਠ ਕਰਨਾ, ਪ੍ਰਤਿਬਿੰਬੀ ਕਿਆ ਕਰੇ ਤੇ, ਤੇ ਕਹੀਏ ਉਸ ਪੁਰਸ਼ ਨੂੰ ਜਿਹੜਾ ਪ੍ਰਤ ਕਹੀਏ ਉਲਟਾ, ਬਿੰਬੀ ਕਹੀਏ ਅਕਸ ਵਾਲਾ, ਭਾਵ ਸ਼ੀਸ਼ਾ। ਪ੍ਰਤਿਬਿੰਬੀ ਹੁੰਦਾ ਵਾ ਸ਼ੀਸ਼ਾ ਹੀ ਲਾ ਲਓ ਸਿੱਧਾ। ਬਿੰਬ ਨਾਮ ਸਾਡਾ ਸਰੂਪ ਦਾ ਹੁੰਦਾ, ਅਤੇ ਪ੍ਰਤ ਨਾਮ ਉਲਟੇ ਦਾ ਹੁੰਦਾ। ਜਿਹੜਾ ਸਾਡੇ ਸ਼ੀਸ਼ੇ ਵਿੱਚ ਆਪਾਂ ਵੇਖਦੇ ਹਾਂ ਆਪਣਾ ਸਰੂਪ, ਉਲਟਾ ਸਾਨੂੰ ਦਿਖਦਾ ਨਾ, ਉਲਟਾ ਹੀ ਜੋ ਬਿੰਬ ਅਕਸ ਦਿਖਾਉਣ ਵਾਲਾ ਉਹਨੂੰ ਕਹੀਦਾ ਸ਼ੀਸ਼ਾ। ਅਤੇ ਉਹ ਦੱਸੋ ਕਹਿੰਦੇ ਜਿਹੜਾ ਪੁਰਸ਼ ਨੇਤਰਾਂ ਤੋਂ ਬਿਨਾਂ ਆ, ਉਹਨੂੰ ਸ਼ੀਸ਼ਾ ਵੀ ਕਿਆ ਕਰੇ, ਕੀ ਸ਼ੀਸ਼ਾ ਕੀ ਕਰੇ, ਤੇ ਇਹ ਕਹੀਏ ਉਸ ਨੂੰ ਸ਼ੀਸ਼ਾ ਕੀ ਕਰੇ। ਅਰਥਾਤ ਅੰਨੇ ਪੁਰਸ਼ ਨੂੰ ਸ਼ੀਸ਼ਾ ਦਾ ਮੁੱਖ ਦਿਖਾਉਣ ਲਈ ਸਮਰੱਥ ਨਹੀਂ ਆ। ਕਿਵੇਂ ਵਿਖਾਵੇ, ਕਿਉਂਕਿ ਅੱਖਾਂ 'ਚ ਰੋਸ਼ਨੀ ਉਹਦੀ ਨਹੀਂ ਹੈਗੀ, ਸ਼ੀਸ਼ਾ ਦੇ ਠੀਕ ਹੀ ਹੈ। ਤਿਵੇਂ ਬੁੱਧੀਹੀਣ ਜਿਹੜੇ ਮਨੁੱਖ ਮੂਰਖ ਆ, ਜਿਨ੍ਹਾਂ ਨੂੰ ਕੋਈ ਅਕਲ ਆਪਣੀ ਹੈ ਨਹੀਂ, ਮਤ ਬੁੱਧੀ ਹੈ ਨਹੀਂ, ਉਹਨਾਂ ਨੂੰ ਵੇਦ ਸ਼ਾਸਤਰ ਕੀ ਕਾਰਨ ਕੁਝ ਸਮਝਾ ਨਹੀਂ ਸਕਦੇ। ਜਿਹੜਾ ਹੁਣ ਆਪਣੇ ਆਪ ਹੀ ਮੂਰਖ ਹੋਇਆ, ਉਹਨੂੰ ਗੁਰੂ ਵੀ ਨਹੀਂ ਕੁਝ ਕਰ ਸਕਦੇ। ਸਤਿਗੁਰੂ ਮੂਰਖਾਂ ਨੂੰ ਤਾਰ ਦਿੰਦੇ ਆ। ਮਤਲਬ ਹੁਣ ਮਹਾਰਾਜ ਨੇ ਸਾਨੂੰ ਸਾਰੀ ਸਿੱਖਿਆ ਦਿੱਤੀ, ਸ਼ਸਤਰਧਾਰੀ ਰਹਿਣਾ, ਜ਼ੁਲਮ ਦਾ ਨਾਸ਼ ਕਰਨਾ, ਜ਼ੁਲਮ ਨੂੰ ਖਤਮ ਕਰਨਾ, ਧਰਮ ਦੀ ਖਾਤਰ ਲੜਨਾ,
ਹੁਣ ਆਪਾਂ ਸ਼ਸਤਰਾਂ ਵਾਲੇ ਨਹੀਂ, ਸ਼ਸਤਰ ਅਧੀਨ ਨਹੀਂ, ਸ਼ਸਤਰ ਛੱਡ ਬੈਠੇ ਅਤੇ ਸਤਿਗੁਰੂ ਮਹਾਰਾਜ ਫਿਰ ਕੀ ਕਰਨ। ਕਬੀਰ ਸਾਚਾ ਸਤਿਗੁਰ ਕਿਹਾ ਕਰੇ, ਜੋ ਸਿੱਖਾ ਮਹਿ ਚੂਕ, ਅੰਧੇਕ ਨਾ ਲਾਗੇ ਜੋ ਬਾਂਸ ਵਜਾਈਏ ਫੂਕ। ਇਹ ਤਾਂ ਉਹ ਹਾਲਤ ਹੋ ਗਈ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਨ ਹੀ ਨਹੀਂ ਆਪਾਂ ਮੰਨਣ ਦੇ। ਜਬ ਇਹ ਕਰੇ ਵਿਪਰਨ ਕੀ ਰੀਤ, ਜਬ ਇਹ ਕਰੇ ਮੈਂ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨਕੀ ਪਤੀ। ਹੁਣ ਤੁਸੀਂ ਬ੍ਰਾਹਮਣ ਹੀ ਹੋ ਗਏ, ਸ਼ਸਤਰ ਚੁੱਕਣਾ ਜਾਣਦੇ ਨਹੀਂ, ਧਰਨਿਆਂ 'ਤੇ ਜ਼ੋਰ ਦਿੱਤਾ ਅਤੇ ਸ਼ਸਤਰਧਾਰੀ ਹੁੰਦੇ ਤਲਵਾਰਾਂ ਝੂਲਦੀਆਂ ਪੂਰੇ ਪੰਜਾਬ ਦੇ ਵਿੱਚ 100 ਵਾਰੀ ਕੋਈ ਸੋਚ ਦਾ ਹੱਥ ਪਾਉਣ ਲੱਗਿਆ। ਸੌਰਵ ਵਿਚਾਰ ਜਿਹੜਾ ਪੁਰਸ਼ ਨੇਤਰਾਂ ਤੋਂ ਬਿਨਾਂ ਉਹਨੂੰ ਸ਼ੀਸ਼ਾ ਕੀ ਕਰ ਸਕਦਾ, ਜਿਹੜਾ ਬੁੱਧੀ ਤੋਂ ਬਿਨਾਂ ਉਹਨੂੰ ਸ਼ਾਸਤਰ ਕੀ ਕਰ ਸਕਦਾ, ਉਹਨੂੰ ਕੁਝ ਨਹੀਂ ਸਮਝਾ ਸਕਦਾ। ਇਹ ਜਿਹੜੀ ਸਿੱਖਿਆ ਪੰਡਿਤ ਹਰਦਿਆਲ ਜੀ ਜਿਹੜੇ ਦੇ ਰਹੇ। ਦੋਹਰਾ ਅੱਗੇ ਦੋਹਰਾ ਉਚਾਰਦੇ। ਬੀਚ ਅਸ਼ਟਮੀ ਮੀਚ ਗੁਰ, ਅਸ਼ਟ ਖਸ਼ਟ ਮੈਂ ਸਿੱਖ। ਹੁਣ ਪੁਰਾਤਨ ਸ਼ਾਸਤਰਾਂ ਦੀ ਆਗਿਆ ਹੈ ਕਿ ਜੇਕਰ ਅਸ਼ਟਮੀ ਕਹੀਏ 8ਵੀਂ ਥਿੱਤ ਵਾਲੇ ਦਿਨ ਗੁਰੂ ਪੜ੍ਹਾਏਗਾ ਤਾਂ ਪੜ੍ਹਾਉਣ ਵਾਲਾ ਗੁਰੂ ਮੀਚ ਕਹੀਏ ਮਰ ਜਾਏਗਾ। ਅਸ਼ਟਮੀ ਥਿੱਤ ਦੇ ਬੀਚ ਕਹੀਏ ਵਿੱਚ ਜੇ ਗੁਰੂ ਪੜ੍ਹਾਏਗਾ ਆਪਣੇ ਸਿੱਖ ਨੂੰ, ਮੀਚ ਕਹੀਏ ਮਰ ਜਾਏਗਾ। ਅਤੇ ਅਸ਼ਟ ਖਸ਼ਟ ਮੈਂ ਸਿੱਖ, ਅਸ਼ਟ 8 ਖਸ਼ਟ ਕਹੀਏ 6 ਭਾਵ 1400 ਵਾਲੀ ਥਿੱਤ ਜਿਹੜੀ ਜਿਹਨੂੰ 14 ਕਹਿ ਦਿੰਦੇ ਮੱਸਿਆ ਤੋਂ ਇੱਕ ਦਿਨ ਪਹਿਲਾਂ, ਪੂਰਨਮਾਸ਼ੀ ਤੋਂ ਇੱਕ ਦਿਨ ਪਹਿਲਾਂ ਉਹਨੂੰ 14 ਕਿਹਾ ਜਾਂਦਾ। ਭਾਵ 14ਵੀਂ ਥਿੱਤ ਵਾਲੇ ਦਿਨ ਜੋ ਸਿੱਖ ਜੇ ਅਸ਼ਟ ਖਸ਼ਟ ਮੈਂ ਸਿੱਖ 14ਵੀਂ ਥਿੱਤ ਦੇ ਵਿੱਚ ਜੇ ਸਿੱਖ ਪੜ੍ਹੇਗਾ ਤਾਂ ਉਹ ਮਰ ਜਾਏਗਾ ਜੀ। ਪੰਚਦਸੀ ਗੁਰਸਿੱਖ ਮਾਰੇ, ਪੰਚਦਸੀ ਭਾਵ 5 ਦੇ ਦਸੀ 15, ਪੰਚਦਸੀ ਨਾਮ ਦੱਸਦਾ। ਅਤੇ ਪੰਚਦਸੀ ਕੀ 15ਵੀਂ ਥਿੱਤ ਉਹ ਕੀ ਆ, ਪੁੰਨਿਆ ਆਉਂਦੀ ਹੈ 15ਵੀਂ ਥਿੱਤ 'ਤੇ ਜਾਂ ਮੱਸਿਆ ਆਉਂਦੀ ਹੈ। ਪੁੰਨਿਆ ਜਾਂ ਮੱਸਿਆ ਵਾਲੇ ਦਿਨ ਜੇ ਸਿੱਖ ਪੜ੍ਹੂਗਾ ਅਤੇ ਗੁਰੂ ਪੜ੍ਹਾਊਗਾ, ਉਸ ਦਿਨ ਪੜ੍ਹਨ ਵਾਲਾ ਸਿੱਖ ਅਤੇ ਪੜ੍ਹਾਉਣ ਵਾਲਾ ਗੁਰੂ ਦੋਵੇਂ ਹੀ ਮਰੇ ਕਹੀਏ ਮਰ ਜਾਣਗੇ ਸ਼ਾਸਤਰ ਅਨੁਸਾਰ। ਏਕਮ ਪਾਠ ਅਸਿੱਖ। ਅਤੇ ਜੇ ਪਹਿਲੀ ਥਿੱਤ ਉਹ ਕੀ ਹੈ ਏਕਮ, ਏਕ ਓਂਕਾਰ ਨਿਰਾਲਾ, ਏਕਮ ਪਹਿਲੀ ਥਿੱਤ। ਪਹਿਲੀ ਥਿੱਤ ਜਿੱਦਾਂ ਪਹਿਲੀ ਥਿੱਤ ਆਉਂਦੀ ਆ ਪੂਰਨਮਾਸ਼ੀ ਤੋਂ ਅਗਲੇ ਦਿਨ, ਚੰਦਰਮਾ ਤੋਂ ਮੱਸਿਆ ਤੋਂ ਅਗਲੇ ਦਿਨ, ਭਾਵ ਹਨੇਰ ਪੱਖ ਦੇ ਚਾਨਣੇ ਪੱਖ ਦੇ ਆਰੰਭਤਾ ਵਿੱਚ ਹੀ ਉਹ ਆਉਂਦੀ ਏਕਮ ਥਿੱਤ। ਅਤੇ ਉਹ ਪਹਿਲੀ ਥਿੱਤ ਵਾਲੇ ਦਿਨ ਜੇਕਰ ਸਿੱਖ ਆਪਣੇ ਗੁਰੂ ਤੋਂ ਵਿੱਦਿਆ ਪੜ੍ਹੇਗਾ ਤਾਂ ਉਹ ਪੜ੍ਹਿਆ ਹੋਇਆ ਪਾਠ ਜਿਹੜਾ ਉਹਦਾ ਪੜ੍ਹਿਆ ਹੋਇਆ ਪਿਛਲਾ ਪਾਠ, ਅਗਲਾ ਪਾਠ ਜਿਹੜਾ ਨੇ ਪੜ੍ਹਨਾ, ਉਹ ਸਭ ਕੁਝ ਹੀ ਸਿੱਖ ਸਿੱਖਿਆ ਤੋਂ ਰਹਿਤ ਹੋ ਜਾਂਦਾ, ਭੁੱਲ ਜਾਂਦਾ, ਉਹਨੂੰ ਕੁਝ ਨਹੀਂ ਰਹਿੰਦਾ। ਏਕਮ ਪਾਠ ਹੈ ਸਿੱਖ। ਜੇ ਸਿੱਖ ਏਕਮ ਵਾਲੇ ਦਿਨ ਆਪਣੇ ਗੁਰੂ ਨੂੰ ਪੜ੍ਹੂਗਾ ਅਤੇ ਗੁਰੂ ਪੜ੍ਹਾਏਗਾ ਅਤੇ ਉਹਦਾ ਪੜ੍ਹਿਆ ਹੋਇਆ ਪਾਠ ਸਿੱਖਿਆ ਤੋਂ ਰਹਿਤ ਰਹਿ ਜਾਏਗਾ, ਭੁੱਲ ਜਾਏਗਾ। ਇਹ ਸ਼ਾਸਤਰ ਵਿਧੀ ਅਨੁਸਾਰ ਹੈ। ਉਹ ਜਿਵੇਂ ਸਾਖੀ ਵੀ ਆਉਂਦੀ ਹੈ ਹਨੂੰਮਾਨ ਦੀ। ਇੱਕ ਵਾਰ ਹਨੂੰਮਾਨ ਜੀ ਸੂਰਜ ਭਗਵਾਨ ਦੇ ਕੋਲ ਵਿੱਦਿਆ ਪੜ੍ਹਨ ਲਈ ਗਿਆ ਅਤੇ ਸੂਰਜ ਭਗਵਾਨ ਕੋਲ ਜਾ ਕੇ ਉਸਨੂੰ ਨਮਸਕਾਰ ਕੀਤੀ, ਬੇਨਤੀ ਕਰਕੇ ਕਿਹਾ ਕਿ ਵਿੱਦਿਆ ਗੁਰੂ ਜੀ ਮੈਂ ਤੁਹਾਡੇ ਤੋਂ ਵਿੱਦਿਆ ਪੜ੍ਹਨ ਲਈ ਆਇਆ, ਤੁਸੀਂ ਮੈਨੂੰ ਪਹਿਲਾਂ ਇਹ ਦੱਸੋ ਕਿ ਵਿੱਦਿਆ ਕਿੰਨੇ ਪ੍ਰਕਾਰ ਦੀ। ਅੱਗੋਂ ਸੂਰਜ ਕਿਹਾ ਸੰਸਾਰ ਵਿੱਚ ਵਿੱਦਿਆ 14 ਮੰਨੀਆਂ, ਰਿਗ ਵੇਦ, ਸਾਮ ਵੇਦ, ਯਜੁਰ ਵੇਦ, ਅਥਰਵਣ ਵੇਦ, ਸਿੱਖਿਆ, ਕਲਪ, ਵਿਆਕਰਨ, ਜੋਤਿਸ਼, ਛੰਦ ਸ਼ਾਸਤਰ, ਨਿਰੁਕਤ, ਮੀਮਾਂਸਾ, ਤਰਕ ਸ਼ਾਸਤਰ, ਪੁਰਾਣ ਅਤੇ ਧਰਮ ਸ਼ਾਸਤਰ। ਸਾਰੇ ਐਵੇਂ ਗਿਣਾ ਕੇ ਨਾ ਉਹ ਵਿਆਕਰਨਾਤਕ ਗਿਣਾ ਕੇ, ਵੇਦਾਂ ਦੇ ਅੰਗ ਗਿਣਾ ਕੇ, ਵੇਦ ਗਿਣਾ ਕੇ, ਸ਼ਾਸਤਰ ਥੋੜ੍ਹੇ ਗਿਣਾ ਕੇ ਕਹਿੰਦੇ ਵੀ ਇਹ 14 ਪ੍ਰਕਾਰ ਦੀ ਵਿੱਦਿਆ ਹੈ। ਅਤੇ ਇਸ ਕਰਕੇ ਵੀ ਤੂੰ ਕਿਹੜੀ ਪੜ੍ਹਨੀ ਚਾਹੁੰਦਾ। ਹਨੂੰਮਾਨ ਜੀ ਨੇ ਕਿਹਾ ਭਗਵਾਨ ਜੀ
ਤੁਸੀਂ ਮੈਨੂੰ ਇਹ ਸਾਰੀਆਂ ਹੀ ਵਿਦਿਆ ਪੜ੍ਹਾ ਦੇਵੋ 14 ਦੀ 14। ਮੈਂ ਕੋਈ ਵੀ ਥਿੱਤ ਛੁੱਟੀ ਨਹੀਂ ਕਰਾਂ, ਕਿਉਂਕਿ ਸੰਗਰਾਂਦ ਤੋਂ ਪਹਿਲਾਂ ਥਿੱਤਾਂ ਚੱਲਦੀਆਂ ਸੀ। ਪਹਿਲਾਂ ਗ੍ਰੰਥਾਂ ਵਿੱਚ ਹੀ ਥਿੱਤਾਂ ਲਿਖੀਆਂ ਹੁੰਦੀਆਂ। ਕਹਿੰਦਾ ਕੋਈ ਵੀ ਥਿੱਤ ਛੁੱਟੀ ਨਹੀਂ ਕਰਾਂਗਾ। ਥਿੱਤ ਕਿਹਨੂੰ ਕਿਹਾ ਜਾਂਦਾ? ਜਿਹਦੇ ਨਾਲ ਚੰਦਰਮਾ ਵੱਧਦਾ ਘਟਦਾ ਨਾ, 15 ਦਿਨ ਵੱਧਦਾ 15 ਦਿਨ ਘਟਦਾ, ਇਹਦੇ ਵਿੱਚ ਜਿਹੜੇ ਆਉਣ ਵਾਲੇ ਦਿਨ ਨੂੰ ਥਿੱਤਾਂ ਕਿਹਾ ਜਾਂਦਾ। ਰਾਤ ਜਿਹੜੀਆਂ ਥਿੱਤਾਂ ਦੇ ਹਿਸਾਬ ਨਾਲ ਹੁੰਦੀ, ਦਿਨ ਸੂਰਜ ਦੇ ਹਿਸਾਬ ਨਾਲ ਹੁੰਦੇ। ਅਤੇ ਕਹਿੰਦਾ ਵੀ ਕੋਈ ਥਿੱਤ ਛੁੱਟੀ ਨਹੀਂ ਕਰਾਂਗਾ, ਲਗਾਤਾਰ ਪੜ੍ਹਦਾ ਰਹਾਂਗਾ। ਸੂਰਜ ਭਗਵਾਨ ਨੇ ਕਿਹਾ ਕਿ ਜਿਵੇਂ ਤੇਰੀ ਮਰਜ਼ੀ। ਤਦ ਆਪਣੇ ਰੱਥ ਵਿੱਚ ਬਿਠਾ ਕੇ ਹਨੂੰਮਾਨ ਨੂੰ ਵਿੱਦਿਆ ਪੜ੍ਹਾਉਣ ਲੱਗ ਪਿਆ। ਸਮਾਂ ਪਾ ਕੇ ਹਨੂੰਮਾਨ ਨੇ ਸਾਰੀ ਵਿੱਦਿਆ ਪੜ੍ਹ ਲਈ। ਜਦੋਂ ਦੂਸਰੀ ਵਾਰ ਵਿੱਦਿਆ ਨੂੰ ਵਿਚਾਰਨ ਲੱਗਾ ਤਾਂ ਕੁਝ ਵੀ ਯਾਦ ਨਾ ਆਇਆ, ਸਾਰੀ ਵਿੱਦਿਆ ਭੁੱਲ ਗਈ। ਚਿੱਤ ਵਿੱਚ ਸੋਚਣ ਲੱਗਾ ਕਿ ਇਹ ਕੀ ਕਾਰਨ ਹੋ ਗਿਆ, ਸਾਰੀ ਵਿੱਦਿਆ ਹੀ ਪੜ੍ਹੀ ਹੋਈ ਅਨਪੜ੍ਹੀ ਜਿਹੀ ਹੋ ਗਈ, ਮੇਰੀ ਸਾਰੀ ਮਿਹਨਤ ਖੂਹ ਵਿੱਚ ਪੈ ਗਈ। ਤਦੋਂ ਸੂਰਜ ਭਗਵਾਨ ਦੇ ਕੋਲ ਗਿਆ ਅਤੇ ਬੇਨਤੀ ਕਰਕੇ ਪੁੱਛਿਆ ਕਿ ਮੈਨੂੰ ਸਾਰੀ ਵਿੱਦਿਆ ਕਿਉਂ ਭੁੱਲ ਗਈ, ਇਹ ਕੀ ਕਾਰਨ ਹੋਇਆ ਭਗਵਾਨ ਜੀ? ਅੱਗੋਂ ਸੂਰਜ ਭਗਵਾਨ ਨੇ ਕਿਹਾ ਕਿ ਜੋ ਅਧਿਕ ਲਾਲਚ ਕਰਦਾ ਨਾ, ਬਹੁਤਾ ਲਾਲਚ ਕਰਦਾ, ਉਹਦਾ ਇਹੀ ਹਾਲ ਹੁੰਦਾ। ਇਸ ਵਿੱਚ ਦੋ ਕਾਰਨ ਆ। ਇੱਕ ਤਾਂ ਇਹ ਕਿ ਤੂੰ ਮੇਰੇ ਬਰਾਬਰ ਬੈਠ ਕੇ ਵਿੱਦਿਆ ਪੜ੍ਹੀ, ਦੂਸਰਾ ਇਹ ਕਿ ਤੂੰ ਕਿਸੇ ਵੀ ਥਿੱਤ 'ਤੇ ਵਿਚਾਰ ਨਹੀਂ ਕੀਤੀ। ਤੂੰ ਏਕਮ ਵਾਲੇ ਦਿਨ ਵੀ ਵਿੱਦਿਆ ਪੜ੍ਹਦਾ ਰਿਹਾ, ਇਸੇ ਕਰਕੇ ਤੈਨੂੰ ਸਾਰੀ ਵਿੱਦਿਆ ਭੁੱਲ ਗਈ। ਹਨੂੰਮਾਨ ਇਹ ਸੁਣ ਕੇ ਬੜਾ ਹੈਰਾਨ ਹੋਇਆ। ਕਿਹਾ ਕਿ ਤੁਸੀਂ ਮੇਰੇ ਫਿਰ ਦੁਬਾਰਾ ਸਾਰੀ ਵਿੱਦਿਆ ਪੜ੍ਹਾਓ, ਮੈਂ ਦੋਵੇਂ ਅਵੱਗਿਆ ਹੁਣ ਨਹੀਂ ਕਰਾਂਗਾ। ਸੂਰਜ ਨੇ ਕਿਹਾ ਕਿ ਹੁਣ ਮੇਰਾ ਰੱਥ ਨਹੀਂ ਠਹਿਰਨਾ, ਮੈਂ ਤੈਨੂੰ ਕਿਵੇਂ ਪੜ੍ਹਾਵਾਂਗਾ? ਅੱਗੋਂ ਹਨੂੰਮਾਨ ਨੇ ਕਿਹਾ ਕਿ ਮੈਂ ਤੁਹਾਡੇ ਰੱਥ ਦੇ ਅੱਗੇ ਪਿੱਛੇ ਨੂੰ ਮੁੱਖ ਕਰਕੇ ਦੌੜਾਂਗਾ। ਮੈਂ ਤੁਹਾਡੇ ਰੱਥ ਦੇ ਅੱਗੇ ਪਿੱਛੇ ਨੂੰ ਮੁੱਖ ਕਰਕੇ ਦੌੜਾਂਗਾ। ਇਸ ਤਰ੍ਹਾਂ ਤੁਸੀਂ ਮੈਨੂੰ ਵਿੱਦਿਆ ਪੜ੍ਹਾਈ ਚੱਲੋ। ਜਦੋਂ ਇਸ ਪ੍ਰਕਾਰ ਨਿਯਮ ਅਨੁਸਾਰ ਵਿੱਦਿਆ ਪੜ੍ਹੀ, ਤੁਰੰਤ ਹੀ ਸਾਰੀ ਵਿੱਦਿਆ ਫਲੀਭੂਤ ਹੋ ਗਈ, ਸਫੁਰਨ ਹੋ ਗਈ। ਸੋ ਹਨੂੰਮਾਨ ਅੱਗੇ ਅੱਗੇ ਰੱਥ ਦੇ ਭੱਜਦਾ ਰਿਹਾ ਸੀ ਅਤੇ ਮੁੱਖ ਕਰਕੇ ਆਪਣੇ ਵਿੱਦਿਆ ਗੁਰੂ ਵੱਲ ਸਾਹਮਣੇ ਹੋ ਕੇ ਪੜ੍ਹਦਾ ਰਿਹਾ ਅਤੇ ਫਲੀਭੂਤ ਹੋਈ। ਸੋ ਇਸ ਪ੍ਰਕਾਰ ਇਹ ਪੁਰਾਤਨ ਸ਼ਾਸਤਰਾਂ ਦਾ ਵਿੱਦਿਆ ਪੜ੍ਹਾਉਣ ਲਈ ਨਿਯਮ ਰੱਖਿਆ ਹੋਇਆ ਸੀ ਉਦੋਂ ਦਾ ਹੀ। ਪੁਰਾਣਾ ਮੁਤਾਬਕ ਇਹ ਸਾਖੀ ਪੜ੍ਹ ਕੇ ਦੂਸਰਾ ਕਾਰਨ ਇਹ ਸਮਝਿਆ ਜਾਂਦਾ ਕਿ ਜੇਕਰ ਵਿਦਿਆਰਥੀ ਸਦਾ ਹੀ ਪੜ੍ਹਦਾ ਰਹੇ ਅਤੇ ਪਿਛਲੀ ਵਿੱਦਿਆ ਦਾ ਫਿਰ ਕੋਈ ਵਿਚਾਰ ਨਾ ਕਰੇ ਤਾਂ ਪਹਿਲੀ ਵਿੱਦਿਆ ਵੀ ਭੁੱਲ ਜਾਂਦੀ। ਉਹ ਤਾਂ ਉਹ ਗੱਲ ਹੋ ਜਾਂਦੀ ਜਿਵੇਂ ਸਿਆਣੇ ਕਹਿੰਦੇ, ਅੱਗਾ ਦੌੜ ਪਿੱਛਾ ਚੌੜ। ਇਸ ਲਈ ਇਹਨਾਂ ਥਿੱਤਾਂ ਦਾ ਡਰ ਰੱਖ ਦਿੱਤਾ ਉਦੋਂ ਦਾ ਹੀ, ਤਾਂ ਕਿ ਵਿਦਿਆਰਥੀ ਪਿਛਲੀ ਵਿੱਦਿਆ ਵੀ ਵਿਚਾਰ ਲਵੇ, ਆਪਣੇ ਹੋਰ ਕੰਮ ਕਾਰਜ ਕਰਨੇ ਦੀ ਛੁੱਟੀ ਵਾਲੇ ਦਿਨ ਕਰ ਲਿਆ ਕਰੇ। ਬਸਤਰ ਆਦਿਕ ਸਿਰ ਸੁਰ ਕੇਸੀ ਇਸ਼ਨਾਨ ਕਰਨਾ ਉਹ ਕਰ ਲਵੇ, ਬਸਤਰ ਆਦਿਕ ਧੋ ਲਵੇ। ਇਹ ਵਿਚਾਰਾਂ ਸੀ। ਅਤੇ ਵਿਦਵਾਨ ਜਨ ਇਸੇ ਹੀ ਦੋਹਰੇ ਦਾ ਹੋਰ ਇੱਕ ਅੰਤਰੀ ਅਰਥ ਵੀ ਕਰਦੇ ਹਨ। ਬੀਚ ਅਸ਼ਟਮੀ ਨੀਚ ਗੁਰ, ਇਹਦਾ ਅੰਤਰੀ ਅਰਥ ਸੰਪਰਦਾ ਦੇ ਵਿੱਚ ਵਿਦਵਾਨ ਗਿਆਨੀ ਪੁਰਸ਼ ਇਵੇਂ ਕਰਦੇ ਆ ਵੀ ਇਹ ਸਿੱਖ, ਇਹ ਜੋ 8 ਧਾਤਾਂ ਦਾ ਬਣਿਆ ਹੋਇਆ ਨਾ ਸਰੀਰ, ਰਗਤ ਵੀਰਜ ਮਿੱਝ ਨਾੜੀਆਂ ਆਂਦਰਾਂ ਆਦਿਕ, ਜਿਹੜੀਆਂ 8 ਧਾਤਾਂ ਆ, ਇਹ 8 ਧਾਤਾਂ ਦਾ ਜੋ ਅਸ਼ਟਮੀ ਕਹੀਏ, 8ਵੀਂ ਥਿੱਤ, ਚਾਨਣ ਅਤੇ ਹਨੇਰੇ ਪੱਖ ਵਿੱਚ ਚੰਦਰਮਾ ਦੀ 8ਵੀਂ ਥਿੱਤ ਹੁੰਦੀ। ਚਾਨਣਾ ਪੱਖ ਭਾਵ ਮੱਸਿਆ ਤੋਂ ਲੈ ਕੇ ਪੂਰਨਮਾਸ਼ੀ ਤੱਕ, ਪੂਰਨਮਾਸ਼ੀ ਤੋਂ ਲੈ ਕੇ ਮੱਸਿਆ ਤੱਕ ਹਨੇਰ ਪੱਖ, ਅਤੇ ਜਿਹੜੀ ਮੱਸਿਆ ਤੋਂ ਅਗਲੇ ਦਿਨ ਪਹਿਲੀ ਥਿੱਤ ਹੁੰਦੀ ਹੈ, ਉਹ ਤੋਂ ਲੈ ਕੇ 8ਵੇਂ ਦਿਨ ਨੂੰ 8ਵੀਂ ਥਿੱਤ ਕਿਹਾ ਜਾਂਦਾ। ਸੋ 8ਵੀਂ ਥਿੱਤ ਦੇ ਇਹ ਅਰਥਾਂਤਰੀ ਕਰਦੇ ਵੀ ਜਿਹੜੀ ਅਸ਼ਟਮੀ ਕਹੀਏ, 8 ਧਾਤਾਂ ਨਾ, ਰਗਤ ਬੀਜ ਮਿੱਝ ਨਾੜੀਆਂ ਆਦਿਕ ਸਰੀਰ ਵਿੱਚ,
ਤੇ ਇਹ ਸਰੀਰ ਦੇ ਬੀਜ ਕਹੀਏ ਵਿੱਚ ਜਿਹੜੀ ਹਉਮੈ ਆ, ਉਹ ਹਉਮੈ ਨੂੰ ਤਿਆਗ ਕੇ, ਹਉਮੈ ਨੂੰ ਮੀਜ ਕਹੀਏ ਤਿਆਗ ਕੇ ਜਾਂ ਮੀਜ ਕਹੀਏ ਮਾਰ ਕੇ ਗੁਰੂ ਦੀ ਜਿਹੜੀ ਸ਼ਰਨ ਵਿੱਚ ਆ ਗਏ ਸਿੱਖ। ਬੀਜ ਅਸ਼ਟਮੀ ਭਾਵ 8 ਧਾਤਾਂ ਦਾ ਜਿਹੜਾ ਸਰੀਰ ਆ, ਇਹਦੇ ਬੀਜ ਕਹੀਏ ਵਿੱਚ ਜਿਹੜੀ ਹਉਮੈ ਆ, ਉਹ ਹਉਮੈ ਨੂੰ ਮੀਚ ਕਹੀਏ ਤਿਆਗ ਕੇ ਜਾਂ ਮਾਰ ਕੇ ਗੁਰੂ ਦੀ ਸ਼ਰਨ ਆਵੇ। ਅਸ਼ਟ ਖਸਟ ਮੈਂ ਸਿੱਖ। ਫਿਰ ਅਸ਼ਟ ਖਸਟ ਮੈਂ ਸਿੱਖ ਭਾਵ 8 ਤੇ ਖਸਟ ਕਹੀਏ 6, 14 ਕਹੀਏ 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਬੁੱਧ ਚਿੱਤ ਅਹੰਕਾਰ, ਇਹ ਵਿੱਚ ਉਹਦੇ। ਇਹ 14 ਦੇ ਜਿਹੜਾ ਅਭਾਵ ਕਰਕੇ ਇਹਨਾਂ 14 ਦਾ ਹੀ ਭਾਵ ਇਹਨਾਂ ਦਾ ਨਾ ਹੋਣਾ ਕਰਕੇ 5 ਕਰਮ ਇੰਦਰ ਦੇ ਜਿਹੜੇ ਕਰਮ ਛੱਡ ਕੇ, ਗਿਆਨ ਇੰਦਰੀਆਂ ਦੇ ਰਸ ਛੱਡ ਕੇ ਨਾ, ਮਨ ਨੂੰ ਟਿਕਾ ਕੇ, ਬੁੱਧੀ ਨੂੰ ਚੰਚਲਤਾ ਤੋਂ ਹਟਾ ਕੇ, ਚਿੱਤ ਦੀਆਂ ਚਿਤਵਣੀਆਂ ਰੋਕ ਕੇ, ਅਹੰ ਬਿਰਤੀ ਤਿਆਗ ਕੇ, ਇਹਨਾਂ 14 ਦੇ ਜਿਹੜੇ ਵਿਸ਼ੇ, 5 ਕਰਮ ਇੰਦਰੀਆਂ ਦੇ ਵਿਸ਼ੇ, 5 ਗਿਆਨ ਇੰਦਰੀਆਂ ਦੇ ਵਿਸ਼ੇ, ਇਹਨਾਂ ਵਿਸ਼ਿਆਂ ਦਾ ਅਭਾਵ ਕਰਕੇ ਤੇ ਕੀ ਕਰੇ, ਇਹਨਾਂ ਦਾ ਅਭਾਵ ਕਰਨਾ। ਅਭਾਵ ਕਰ ਇਹ ਸਿੱਖ, ਇਹ ਸਿੱਖਿਆ ਦੇਣ ਡਿਆ। ਅਸ਼ਟ ਖਸਟ ਮੈਂ ਸਿੱਖ। ਇਹ ਸਿੱਖ ਜਿਹੜੇ 14 ਆ ਨਾ, ਇਹ 5 ਕਰਮ ਇੰਦਰੇ, 5 ਗਿਆਨ ਇੰਦਰੇ, ਮਨ ਬੁੱਧ ਚਿੱਤ ਅਹੰਕਾਰ, ਇਹਨਾਂ ਵਿਸ਼ਿਆਂ ਦਾ ਅਭਾਵ ਕਰ। ਤੇ ਇਹ ਕੀ ਆ ਅਭਾਵ ਕਰ? ਇਹ ਸਿੱਖ, ਸਿੱਖ ਦਾ ਅਰਥ ਇਹ ਸਿੱਖ, ਇਹ ਤੇਰੇ ਤਾਈਂ ਸਿੱਖ ਕਹੀਏ ਸਿੱਖਿਆ ਹੈ, ਇਹ ਸਿੱਖਿਆ ਤੇਰੇ ਤਾਈਂ। 14 ਇਹਨਾਂ 14 ਦੇ ਜਿਹੜੇ ਵਿਸ਼ੇ ਆ, ਉਹਨਾਂ ਦਾ ਅਭਾਵ ਕਰ, ਇਹ ਤੇਰੇ ਤਾਈਂ ਸਿੱਖਿਆ ਹੈ। ਤੇ ਗੁਰੂ ਦੀ ਸਿੱਖਿਆ ਨੂੰ ਸਿੱਖ ਮੈਂ ਕਹੀਏ ਦਿਲ ਵਿੱਚ ਵਸਾ। ਪੰਚ ਦਸੀ ਗੁਰਸਿੱਖ ਮਾਰੇ। ਹੁਣ ਪੰਜ ਕੀ ਹੈ? 5 10 ਕੀ ਹੈ? 10 ਦਸੀ ਕੀ ਹੈ? 10 ਭਾਵ 15। ਉਹ ਕੀ 15? ਇਹ ਸਿੱਖ ਫਿਰ ਕੀ ਕਰਨਾ? ਜਿਹੜਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਂਜੇ, ਸ਼ਬਦ ਸਪਰਸ਼ ਰੂਪ ਰਸ ਗੰਧ ਪਾਂਜੇ, 10 ਹੋ ਗਏ। ਤੇ 5 ਕੀ ਹੈ? ਕਲੇਸ਼ ਰਾਗ ਦਵੈਖ ਅਭਿਨਵੇਸ਼ ਅਵਿਦਿਆ ਅਸਮਤਾ। ਇਹ 15 ਨੂੰ ਕੀ ਕਰਨਾ ਵਾ? ਗੁਰ ਸਿੱਖ, ਗੁਰੂ ਦੀ ਸਿੱਖ ਕਹੀਏ ਸਿੱਖਿਆ ਦੁਆਰਾ ਇਹ ਸਿੱਖ ਮਰੇ ਕਹੀਏ ਮਾਰਨਾ ਕਰ। ਇਹਨਾਂ ਨੂੰ ਸਿੱਖ ਜਿਹੜਾ ਸਿੱਖਿਆ ਗੁਰੂ ਦੀ ਲੈ ਕੇ ਮਰੇ ਕਹੀਏ ਮਾਰਨਾ ਕਰੇ। 5 ਕਲੇਸ਼ਾਂ ਨੂੰ, 5 ਵਿਸ਼ਿਆਂ ਨੂੰ ਤੇ 5 ਹੀ ਵਿਕਾਰਾਂ ਮਰੇ ਕਹੀਏ ਮਾਰਨਾ ਕਰੇ, ਤਿਆਗ ਦੇਣਾ ਕਰੇ। ਏਕਮ ਪਾਠ ਅਸੇਖ। ਏਕਮ, ਏਕਮ ਦਾ ਅਰਥ ਕੀ ਕਰਨਾ? ਸੰਧੀ ਕਰਨ ਕਰਕੇ। ਇਹ ਕਹੀਏ ਇਹ ਜਿਹੜੇ ਆ ਨਾ ਤੈਨੂੰ ਸਾਰੇ ਦੱਸੇ, ਇਹਨਾਂ ਨੂੰ ਕੰਮ ਕਹੀਏ ਕੰਮ ਕਰਕੇ, ਘੱਟ ਕਰਕੇ, ਘੱਟ ਕਰਕੇ। ਕੰਮ ਅਰਥ ਦਾ ਕੰਮ ਕਰਨਾ, ਘੱਟ ਕਰਨਾ ਹੈ। ਇਹਨਾਂ ਇਹ ਕਹੀਏ ਇਹਨਾਂ ਨੂੰ, ਜਾਂ ਇਹ ਕਹੀਏ ਇਹ ਸਾਰਿਆਂ ਨੂੰ ਕੰਮ ਕਰਕੇ, ਘੱਟ ਕਰਕੇ। ਤੇ ਇਹਨਾਂ ਦਾ ਜਿਹੜਾ ਪਾਠ ਆ, ਉਹ ਕਈ ਪਾਠ ਦਾ ਅਰਥ ਕਰਨਾ, ਇਹਨਾਂ ਦਾ ਜਿਹੜਾ ਪਾਠ ਆ ਉਹਨੂੰ ਪਾੜਦੇ ਹੈਂ, ਪਾੜਦੇ ਇਹ ਸਿੱਖ। ਇਹ ਸਾਰੇ ਕੰਮ ਕਰ ਤੇ ਇਹਨਾਂ ਦਾ ਪਾਠ ਜਿਹੜਾ ਪਾੜਦੇ, ਨਹੀਂ ਤਾਂ ਇਹ ਤੈਨੂੰ ਕੀ ਕਰ ਦੇਣਗੇ? ਅਸਿੱਖ, ਸਿੱਖਿਆ ਤੋਂ ਰਹਿਤ ਕਰ ਦੇਣਗੇ, ਅਸਿੱਖ ਕਰ ਦੇਣਗੇ, ਭੁੱਲ ਜਾਏਗਾ ਸਭ ਕੁਝ। ਅੰਤਰੀ ਵਾਰਥੇ ਦਾ ਇਸ ਤਰ੍ਹਾਂ ਸੰਪਰਦਾਇ ਵਿਦਵਾਨ ਕਰਦੇ ਆ। ਤੇ ਪੁਰਾਣਕ ਵਿਚਾਰਧਾਰਾ ਜਿਹੜੇ ਆ ਉਹਦੇ ਮੁਤਾਬਕ ਹੀ ਇੱਥੇ ਪੰਡਿਤ ਹਰਦਿਆਲ ਜੀ ਨੇ ਬਿਆਨ ਕੀਤਾ। ਉਹਨਾਂ ਦਿਨਾਂ ਵਿੱਚ ਛੁੱਟੀ ਕਰਨ ਦਾ ਹੋਰ ਕੋਈ ਬਹਾਨਾ ਨਹੀਂ ਸੀ ਮਿਲਦਾ। ਪਹਿਲਾਂ ਬੀਜ ਅਸ਼ਟਮੀ ਬੀਜ ਗੁਰ, ਵੀ ਅਸ਼ਟਮੀ ਵਾਲੇ ਦਿਨ ਗੁਰੂ ਮਰ ਜਾਏਗਾ ਜੇ ਸਿੱਖ ਨੂੰ ਬਣਾਏਗਾ, ਅਤੇ ਉਦੋਂ ਬਹਾਨਾ ਨਹੀਂ ਸੀ ਕੋਈ ਮਿਲਦਾ। ਇਸ ਲਈ ਅਸ਼ਟਮੀ, ਚੌਦਸ, 15ਵੀਂ, ਏਕਮ ਆਦਿ ਦਿਨਾਂ ਦੀ ਜਿਹੜੀ ਕਲਪਨਾ ਕਰਕੇ ਇਸ ਬਹਾਨੇ ਛੁੱਟੀ ਕੀਤੀ ਜਾਂਦੀ ਸੀ, ਤਾਂ ਕਿ ਕਿਤੇ ਆਇਆ ਜਾਇਆ ਜਾ ਸਕੇ, ਗੁਰੂ ਵੀ ਜਾ ਸਕੇ, ਕਿਤੇ ਸਿੱਖ ਵੀ ਜਾ ਸਕੇ। ਅੱਜ ਕੱਲ੍ਹ ਮਹੀਨੇ ਵਿੱਚ ਚਲੋ 4 ਜਾਂ 5 ਐਤਵਾਰ ਆ ਜਾਂਦੇ, ਅਤੇ ਹੋਰ ਵੀ ਕੋਈ ਨਾ ਕੋਈ ਛੁੱਟੀ ਦਾ ਬਹਾਨਾ ਬਣ ਹੀ ਜਾਂਦਾ, ਦਿਨ ਦਿਹਾੜਾ ਆ ਜਾਂਦਾ।
ਤੇ ਛੁੱਟੀ ਹੋ ਜਾਂਦੀ, ਚਲੋ ਨਹਾ ਧੋ ਲੈਂਦੇ ਆ ਸਾਰੇ ਹੀ, ਆਪਣੇ ਵਸਤਰ ਆਦਿਕ ਰੈਸਟ ਆਦਿਕ ਕਰ ਲੈਂਦੇ। ਅਤੇ ਦੂਜਾ ਵਿਚਾਰ ਇਹ ਕਿ ਪਹਿਲਾਂ ਆਮ ਤੌਰ 'ਤੇ ਪੜ੍ਹਨ ਪੜ੍ਹਾਉਣ ਦਾ ਕੰਮ ਮੰਦਰਾਂ ਵਿੱਚ, ਮਸਜਿਦਾਂ ਜਾਂ ਡੇਰਿਆਂ ਕੁਟੀਆਂ ਦੇ ਵਿੱਚ ਹੁੰਦਾ ਸੀ। ਇਸ ਕਰਕੇ ਡੇਰਿਆਂ ਵਿੱਚ ਛੁੱਟੀ ਕਰਨ ਦਾ ਕੋਈ ਕੰਮ ਹੀ ਨਹੀਂ ਹੁੰਦਾ। ਸੋ ਉਹਨਾਂ ਇਸ ਬਹਾਨੇ ਆਪ ਵੀ ਅਤੇ ਵਿਦਿਆਰਥੀ ਨੂੰ ਵੀ ਛੁੱਟੀ ਕਰਾ ਦੇਣੀ। ਅੱਜ ਕੱਲ੍ਹ ਵੀ ਡੇਰਿਆਂ ਮੰਦਰਾਂ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ, ਕੀਰਤਨ ਸਿਖਾਇਆ ਜਾਂਦਾ, ਟਕਸਾਲਾਂ ਵਿੱਚ ਆਦਿਕ ਗੁਰਬਾਣੀ ਸਿਖਾਈ ਜਾਂਦੀ, ਅਰਥ ਪੜ੍ਹਾਏ ਜਾਂਦੇ, ਗੁਰਮਤਿ ਅਤੇ ਪੁਰਾਤਨ ਗ੍ਰੰਥ ਵਿਦਾਂਤ ਆਦਿਕ ਦੀ ਵਿੱਦਿਆ ਦਿੱਤੀ ਜਾਂਦੀ ਹੈ। ਜਿੱਥੇ ਟਕਸਾਲ ਦੀਆਂ ਦੋ ਪ੍ਰਮੁੱਖ ਸ਼ਾਖਾ ਆ, ਇੱਕ ਦੇ ਭਿੰਡਰਾਂ ਵਾਲੀ ਅਤੇ ਦੂਜੀ ਅੰਮ੍ਰਿਤਸਰ ਵਾਲੀ, ਸੱਤੋ ਕੀ ਗਲੀ ਵਾਲੀ। ਇੱਕ ਟਕਸਾਲ ਤੋਂ ਦੋ, ਫਿਰ ਦੋ ਤੋਂ ਕਈ ਹੋਰ ਆਪੋ ਆਪਣੇ ਡੇਰਿਆਂ ਵਿੱਚ ਬੱਚਿਆਂ ਨੂੰ ਜਿੱਥੇ ਮੁਫਤ ਸਿੱਖਿਆ ਦਿੱਤੀ ਜਾਂਦੀ ਆ, ਅਤੇ ਉੱਥੇ ਨਾਲ ਹੀ ਉਹਨਾਂ ਦੇ ਰੋਟੀ ਕੱਪੜਾ ਹੋਰ ਰਹਿਣ ਸਹਿਣ ਦਾ ਖਰਚਾ ਵੀ ਕੋਲੋਂ ਕੀਤਾ ਜਾਂਦਾ। ਸਿੱਖਾਂ ਦੀ ਸੁਪਰੀਮ ਜਥੇਬੰਦੀ ਜਿਹੜੀ ਬਣੀ ਹੋਈ ਆ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਹੋਰ ਸੰਸਥਾਵਾਂ ਵੱਲੋਂ ਵੀ ਇਹ ਮਿਸ਼ਨਰੀ ਕੰਮ ਕੀਤਾ ਜਾਂਦਾ। ਗੁਰਮਤਿ ਦੇ ਕਈ ਸਕੂਲ ਆ, ਕਾਲਜ ਚਲਾਏ ਜਾ ਰਹੇ ਆ, ਜਿਵੇਂ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ੍ਰੀ ਅੰਮ੍ਰਿਤਸਰ, ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ, ਗੁਰਮਤਿ ਕਾਲਜ ਪਟਿਆਲਾ, ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਆਦਿਕ। ਇਸ ਤਰ੍ਹਾਂ ਬਹੁਤ ਆ, ਵਿਚਾਰਾਂ ਬਹੁਤ ਆ, ਅਤੇ ਇਹ ਨਿਯਮ ਅਨੁਸਾਰ ਮਤਲਬ ਇਸ ਤਰ੍ਹਾਂ ਪੁਰਾਣੇ ਸਮਿਆਂ ਵਿੱਚ ਸ਼ਾਸਤਰ ਦੀ ਮਰਿਆਦਾ ਅਨੁਸਾਰ ਛੁੱਟੀ ਆਦਿਕ ਕੀਤੀ ਜਾਂਦੀ ਸੀ। ਇਸ ਤਰ੍ਹਾਂ ਦਾ ਡਰ ਭੈ ਪੈਦਾ ਕਰਕੇ ਚਲੋ ਸਾਫੀ ਪ੍ਰਮਾਣ ਵੀ ਹੈ। ਹੁਣ ਸਾਰੇ ਦਿਨ ਬੱਚਾ ਪੜ੍ਹੀ ਜਾਊਗਾ, ਰੋਜ਼ ਹੀ ਤਾਂ ਪਾਗਲ ਹੀ ਹੋਣਾ ਨਾ। ਛੁੱਟੀ ਤਾਂ ਕੀਤੀ ਜਾਂਦੀ ਇੱਕ ਦਿਨ ਆਦਮੀ ਨਹਾ ਧੋ ਲਵੇ, ਆਪਣੀ ਪੂਰੀ ਸੰਥਿਆ ਪਕਾ ਲੇ, ਥੋੜ੍ਹਾ ਵੀ ਆਰਾਮ ਮਹਿਸੂਸ ਕਰੇ। ਇਹ ਇਸ ਦੀ ਵਿਚਾਰ ਹੈ। ਦੋਹਰਾ ਗੁਰ ਪੁਸਤਕ ਭੂਮੀ ਸੁਭਗ। ਹੁਣ ਕਵੀ ਜੀ ਇਹ ਗੱਲ ਦੱਸਦੇ ਆ ਕਿ ਪੜ੍ਹ ਕਿਵੇਂ ਸਕੀਦਾ, ਵੀ ਇਹ ਬਾਹਰੀ ਪੰਜ ਗੁਣ ਹੋਣ ਤਾਂ ਵਿਦਿਆ ਬੜੀ ਵਾਧਾ ਕਰਦੀ ਹੈ, ਨਹੀਂ ਤਾਂ ਨਹੀਂ ਕਰਦੀ। ਹੁਣ ਇਹ ਨਾਲ ਦੱਸਣ ਲੱਗੇ, ਗੁਰ ਪੁਸਤਕ ਭੂਮੀ ਸੁਭਗ, ਇਹ ਪੰਜ ਗੁਣ ਬੜੇ ਸਹਿਕਾਰੀ ਆ ਵਿੱਦਿਆ ਪੜ੍ਹਨ ਦੇ ਵਿੱਚ ਬਾਹਰਲੇ। ਕਹਿੰਦੇ ਵੀ ਗੁਰ ਕਹੀਏ ਗੁਰੂ, ਪੜ੍ਹਾਉਣ ਵਾਲਾ ਗੁਰੂ ਜਿਹੜਾ ਉਹ ਉੱਤਮ ਹੋਣਾ ਚਾਹੀਦਾ। ਉਸਤਾਦ ਵਾਲੇ ਸਾਰੇ ਗੁਣ ਉਸ ਵਿੱਚ ਹੋਣੇ ਚਾਹੀਦੇ। ਗੁੱਸੇ ਵਾਲਾ ਸੁਭਾਅ ਨਾ ਹੋਵੇ, ਸਗੋਂ ਕਿਰਪਾਲੂ ਸ਼ਾਂਤ ਕੀ ਸੁਭਾਅ ਵਾਲਾ ਗੁਰੂ ਹੋਣਾ ਚਾਹੀਦਾ ਉਸਤਾਦ। ਕਿਉਂਕਿ ਜਿਤਨੀ ਵਾਰ ਵੀ ਵਿਦਿਆਰਥੀ ਨੂੰ ਕੁਝ ਪੁੱਛਣ ਦੀ ਲੋੜ ਪਵੇ ਤਾਂ ਗੁਰੂ ਆਪਣਾ ਫਰਜ਼ ਸਮਝ ਕੇ ਖੁਸ਼ ਪ੍ਰਸੰਨ ਚਿੱਤ ਹੋ ਕੇ ਉਹਦਾ ਉੱਤਰ ਦੇ, ਸਗੋਂ ਗੁੱਸਾ ਕਰਕੇ ਕੁੱਟਣ ਹੀ ਨਾ ਲੱਗ ਪਵੇ। ਇਹੋ ਜਿਹਾ ਨਾ ਹੋਵੇ ਕਿ ਜਦੋਂ ਕੋਈ ਵਿਦਿਆਰਥੀ ਕੁਝ ਪ੍ਰਸ਼ਨ ਕਰੇ ਅੱਗੋਂ ਝਿੜਕਣ ਲੱਗ ਪਵੇ, ਡੰਡਾ ਤਿਆਰ ਕਰ ਲੈਣ। ਇਸ ਕਰਕੇ ਗੁਰੂ ਬੜਾ ਉੱਤਮ ਹੋਣਾ ਜ਼ਰੂਰੀ। ਫਿਰ ਦੂਜਾ ਪੁਸਤਕ ਜਿਹੜੀ ਆ ਵਿੱਦਿਆ ਪੜ੍ਹਨ ਵਾਸਤੇ, ਪੁਸਤਕ ਵੀ ਗ੍ਰੰਥ ਵੀ ਆਪਣਾ ਹੀ ਹੋਣਾ ਚਾਹੀਦਾ। ਕਿਉਂ? ਵਿੱਦਿਆ ਪੜ੍ਹਨ ਲੱਗਿਆਂ ਗੁਰੂ ਕੁਝ ਗੁੱਝੇ ਭੇਦ ਦੱਸ ਦਿੰਦਾ ਅਤੇ ਪੁਸਤਕ ਦੀ ਸੁਧਾਈ ਵੀ ਹੋ ਜਾਂਦੀ। ਜਦੋਂ ਆਪਾਂ ਕੋਈ ਗੁਰੂ ਪਾਠ ਦੱਸੇਗਾ ਆਪਾਂ ਪਾਠ ਸੋਧ ਲਾਂਗੇ। ਜੇਕਰ ਪੁਸਤਕ ਕਿਸੇ ਦੀ ਹੋਵੇ ਤਾਂ ਉਹ ਕਦੇ ਵੀ ਮੰਗ ਸਕਦਾ, ਸੰਥਾ ਵਿਚਾਲੇ ਰੁਕ ਜਾਵੇਗੀ, ਪਾਠ ਵੀ ਸੋਧੇ ਉਹ ਲੈ ਜਾਊਗਾ। ਇਸ ਲਈ ਜੋ ਗ੍ਰੰਥ ਵੀ ਪੜ੍ਹਨਾ ਉਹ ਆਪਣਾ ਹੀ ਹੋਣਾ ਚਾਹੀਦਾ। ਇਹ ਵੀ ਬੜੀ ਸਹਾਇਕ ਹੈ ਪੰਜ ਬਾਹਰੀ ਗੁਣਾਂ ਵਿੱਚ ਦੂਸਰਾ ਗੁਣ। ਤੀਸਰਾ ਗੁਣ ਆ ਵਿੱਦਿਆ ਪੜ੍ਹਨ ਦੇ ਵਿੱਚ ਜਿਹੜਾ ਸਹਾਇਕ ਕਿ ਭੂਮੀ ਸੁਭਗ। ਇਹਨੂੰ ਸੁਭਾਗ ਪਾਠ ਨਹੀਂ ਕਰਨਾ, ਸੁਭਗ ਪਾਠ ਕਰਨਾ। ਭੂਮੀ ਕਹੀਏ ਧਰਤੀ, ਸੁਭਗ ਕਹੀਏ ਸ੍ਰੇਸ਼ਟ ਭਾਗਾਂ ਵਾਲੀ ਹੋਵੇ। ਵਿੱਦਿਆ ਪੜ੍ਹਨ ਲਈ ਧਰਤੀ ਵੀ ਸੁਭਗ ਸ੍ਰੇਸ਼ਟ ਭਾਗਾਂ ਵਾਲੀ ਸੁੰਦਰ ਅਤੇ ਪਵਿੱਤਰ ਹੋਣੀ ਚਾਹੀਦੀ। ਕਿਉਂਕਿ ਪਵਿੱਤਰ ਸਥਾਨਾਂ 'ਤੇ ਜਪ ਤਪ ਨਾਮ ਦਾ ਪ੍ਰਭਾਵ ਹੋਣ ਨਾਲ ਉੱਥੇ ਵਿੱਦਿਆ ਪੜ੍ਹਾਈ ਛੇਤੀ ਫੁਰਦੀ ਫਲੀਭੂਤ ਹੁੰਦੀ। ਜਿਵੇਂ ਹੁਣ ਸਨਾਤਨ ਮੱਤ ਵਿੱਚ ਕਾਂਸ਼ੀ ਆ, ਹਰਿਦੁਆਰ ਆ,
ਗੁਰਮਤਿ ਵਿੱਚ ਸ੍ਰੀ ਦਮਦਮਾ ਸਾਹਿਬ ਗੁਰੂ ਕਾਂਸ਼ੀ ਆ, ਸ੍ਰੀ ਅੰਮ੍ਰਿਤਸਰ ਸਾਹਿਬ ਇਤਿਹਾਸਕ ਪਵਿੱਤਰ ਸਥਾਨ ਹੈ। ਇਹਨਾਂ ਸਥਾਨਾਂ ਦੀ ਵਿੱਦਿਆ ਪੜ੍ਹਾਈ ਬੜੀ ਛੇਤੀ ਫੁਰ ਜਾਂਦੀ। ਇਸ ਲਈ ਵਿੱਦਿਆ ਪੜ੍ਹਨ ਦੇ ਵਾਸਤੇ ਸਥਾਨ ਪਵਿੱਤਰ ਸ੍ਰੇਸ਼ਟ ਹੋਣਾ ਚਾਹੀਦਾ। ਗੰਦ ਨਾ ਪਿਆ ਹੋਵੇ ਕਿ ਇੱਕ ਅੱਖਰ ਪੜ੍ਹੇ ਅਤੇ ਫਿਰ ਗੰਦੀ ਬਾਸ ਜੀ ਆਵੇ ਅਤੇ ਆਖੇ ਕਿੱਥੋਂ ਆਉਣ ਦੀ। ਸੋਹਣੀ ਜਗ੍ਹਾ ਚਾਹੀਦੀ। ਪ੍ਰੀਤਮ ਅਵਰ ਸਹਾਏ। ਫਿਰ ਪ੍ਰੀਤਮ ਪੰਜਵਾਂ ਚੌਥਾ ਗੁਣ, ਆਪਣੇ ਨਾਲ ਜਿਹੜੇ ਪੜ੍ਹਨ ਵਾਲੇ ਵਿਦਿਆਰਥੀ ਵੀ ਪ੍ਰੀਤਮ ਕਹੀਏ ਪਿਆਰ ਵਾਲੇ ਹੋਣੇ ਚਾਹੀਦੇ ਅਤੇ ਪ੍ਰੇਮ ਨਾਲ ਵਿੱਦਿਆ ਪੜ੍ਹਨ ਵਾਲੇ ਹੋਣੇ ਚਾਹੀਦੇ। ਕਿਉਂਕਿ ਜੇਕਰ ਇੱਕ ਵਿੱਦਿਆ ਪੜ੍ਹਦਾ ਹੋਵੇ ਅਤੇ ਦੂਸਰਾ ਵਿੱਦਿਆ ਨੂੰ ਛੱਡ ਕੇ ਹੋਰ ਦੁਨੀਆਦਾਰੀ ਦੀਆਂ ਗੱਲਾਂ ਕਰਦਾ ਰਹੇ ਤਾਂ ਵਿੱਦਿਆ ਵਿੱਚ ਇਕਾਗਰਤਾ ਨਹੀਂ ਬੱਝਦੀ ਅਤੇ ਵਿੱਦਿਆ ਚੰਗੀ ਤਰ੍ਹਾਂ ਫਲੀਭੂਤ ਨਹੀਂ ਹੁੰਦੀ। ਇਸ ਲਈ ਨਾਲ ਦੇ ਵਿਦਿਆਰਥੀ ਵੀ ਪਿਆਰ ਵਾਲੇ, ਪ੍ਰੀਤਮ ਪਿਆਰ ਵਾਲੇ ਹੋਣੇ ਚਾਹੀਦੇ, ਤਾਂ ਜੋ ਇੱਕ ਵਾਰ ਗੁਰੂ ਨੂੰ ਵਿੱਦਿਆ ਪੜ੍ਹੀ ਦੂਸਰੀ ਵਾਰ ਆਪਣੇ ਪਿਆਰ ਵਾਲੇ ਸੰਗੀਆਂ ਨਾਲ ਬੈਠ ਕੇ ਵਿਚਾਰ ਲਈ ਜਾਵੇ ਤਦ ਵਿੱਦਿਆ ਚੰਗੀ ਤਰ੍ਹਾਂ ਆ ਜਾਂਦੀ। ਕਈ ਈਰਖਾ ਕਰੀ ਜਾਂਦੇ, ਜੇ ਪ੍ਰੀਤਮ ਨਾ ਹੋਣ, ਇੱਕ ਨੇ ਪੜ੍ਹ ਲਿਆ ਉਹਨੇ ਤੂੰ ਉਦੋਂ ਨਹੀਂ ਸੁਣਿਆ ਸੀ, ਤੈਨੂੰ ਪਤਾ ਨਹੀਂ ਲੱਗਾ, ਹੁਣ ਨਹੀਂ ਮੈਂ ਦੱਸਣਾ। ਇਸ ਕਰਕੇ ਪਿਆਰ ਵਾਲੇ ਹੋਣੇ ਚਾਹੀਦੇ, ਜਿਹੜੇ ਪਿਆਰ ਨਾਲ ਦੱਸਣ ਵਾਲੇ ਹੋਣ। ਪੰਜਵਾਂ ਹੈ ਅਵਰ ਸਹਾਏ। ਅਵਰ ਸਹਾਏ ਭਾਵ ਅਵਰ ਕਹੀਏ ਹੋਰ, ਬਾਹਰੀ ਜਿਹੜੇ ਸਾਥੀ ਆ, ਸਹਾਏ ਕਹੀਏ ਸਹਾਇਤਾ ਵੀ ਮਿਲਦੀ ਹੋਵੇ, ਹੋਰ ਬਾਹਰੀ ਸਹਾਇਤਾ ਵੀ ਮਿਲੇ। ਅਵਰ ਕਹੀਏ ਹੋਰਾਂ ਦੀ ਸਹਾਇਕ ਕਹੀਏ ਸਹਾਇਤਾ ਵੀ ਮਿਲਦੀ ਹੋਵੇ, ਭਾਵ ਸਰੀਰ ਦੇ ਨਿਰਵਾਹ ਵਾਸਤੇ ਸਾਬਣ, ਤੇਲ, ਕਿਸੇ ਪੋਥੀ, ਕਲਮ, ਦਵਾਤ ਆਦਿ ਦੀ ਲੋੜ ਪਵੇ ਉਹ ਵੀ ਪ੍ਰਾਪਤ ਹੋ ਜਾਵੇ, ਹੋਰਾਂ ਦੀ ਸਹਾਇਤਾ ਹੋਵੇ, ਫਿਰ ਜਾ ਕੇ ਫਲੀਭੂਤ ਹੁੰਦੀ ਵਿੱਦਿਆ। ਕਰਹਿ ਬ੍ਰਿਧ ਵਿੱਦਿਆ ਪਠੀ। ਇਹ ਪੰਜ ਗੁਣ ਜਿਹੜੇ ਦੱਸੇ ਹਨ, ਇਤਨੇ ਗੁਣਾਂ ਦੇ ਸਹਿਤ ਜੇਕਰ ਵਿੱਦਿਆ ਪਠੀ ਕਹੀਏ ਪੜ੍ਹੀ ਜਾਵੇ ਤਾਂ ਵਿੱਦਿਆ ਬ੍ਰਿਧ ਕਹੀਏ ਵਧਣਾ, ਕਰਹਿ ਕਹੀਏ ਕਰਦੀ, ਭਾਵ ਵਿੱਦਿਆ ਫਿਰ ਫੁਰਨ ਲੱਗ ਪੈਂਦੀ ਜਦੋਂ ਸਹਾਰਾ ਹੋਵੇ। ਬਹਿਰ ਪਾਂਚ ਗੁਣ ਗਾਏ। ਇਹ ਵਿੱਦਿਆ ਪੜ੍ਹਨ ਦੇ ਵਿੱਚ ਬਹਿਰ ਕਹੀਏ ਬਾਹਰਲੇ, ਪਾਂਚ ਕਹੀਏ ਪੰਜ ਗੁਣ, ਗਾਏ ਕਹੀਏ ਗਾਇਨ ਕੀਤੇ ਜਾਂਦੇ ਆ ਅਤੇ ਕੀਤੇ ਹਨ। ਪੰਡਿਤ ਹਰਦਿਆਲ ਜੀ ਕਹਿੰਦੇ ਕਰੋ। ਇਹ ਪੰਜ ਗੁਣ ਬੜੇ ਜ਼ਰੂਰੀ ਆ। ਜੇ ਇਹਨਾਂ ਦਾ ਸਹਾਰਾ ਹੈਗਾ ਵਾ ਅਤੇ ਫਿਰ ਵਿੱਦਿਆ ਪੜ੍ਹੀ ਬੜੀ ਸਫਲ ਹੁੰਦੀ ਹੈ। ਜੇ ਸਹਾਰਾ ਨਾ ਇਹ ਪੰਜ ਚੀਜ਼ਾਂ ਦੀ ਸਹਾਇਤਾ ਨਾ ਹੋਵੇ ਅਤੇ ਵਿੱਦਿਆ ਪੜ੍ਹਨੀ ਵੀ ਬੜੀ ਕਠਿਨ ਹੋ ਜਾਂਦੀ ਹੈ। ਹੁਣ ਦੋਹਰਾ ਉਚਾਰ ਰਹੇ ਹੈ। ਕਹਿੰਦੇ ਦੋਹਰਾ ਸ਼ਾਸਤਰ ਪ੍ਰੀਤ ਸੁਧ ਬੁੱਧ। ਸ਼ਾਸਤਰ ਕੇ ਧਰਮ ਗ੍ਰੰਥ ਪੁਸਤਕ, ਇਹ ਅੰਤਰਿਮ ਗੁਣ ਹੋਣੇ ਚਾਹੀਦੇ ਹੈ। ਪੜ੍ਹਨ ਵਾਲਾ ਕਿਹੋ ਜਿਹਾ ਹੋਣਾ ਚਾਹੀਦਾ ਅਤੇ ਅੰਤਰਿਮ ਗੁਣ ਹੋਣੇ ਚਾਹੀਦੇ। ਹੁਣ ਉਹਦੇ ਸੰਬੰਧ ਵਿੱਚ ਇਹ ਜਿਹੜਾ ਦੋਹਰਾ ਉਚਾਰ ਲੱਗੇ ਆ ਕਿ ਸ਼ਾਸਤਰ ਪ੍ਰੀਤ। ਸ਼ਾਸਤਰ ਕਹੀਏ ਧਰਮ ਗ੍ਰੰਥ ਦੇ ਨਾਲ, ਜਿਹੜਾ ਪੁਸਤਕ ਪੜ੍ਹਨਾ ਉਹ ਸ਼ਾਸਤਰ ਹੀ ਹੁੰਦਾ। ਗ੍ਰੰਥ ਦੇ ਨਾਲ ਇੱਕ ਤੇ ਪ੍ਰੀਤੀ ਪ੍ਰੇਮ ਹੋਵੇ। ਅੱਗੇ ਵਿੱਦਿਆ ਪੜ੍ਹਨ ਦੇ ਲਈ ਜਿਹੜੇ ਅੰਦਰਲੇ ਪੰਜ ਸਹਿਕਾਰੀ ਗੁਣ ਉਹਨਾਂ ਦਾ ਹੁਣ ਵਰਣਨ ਕਰ ਲੱਗੇ ਇਹਨਾਂ ਵਿੱਚ। ਇਹ ਵੀ ਪੰਜ ਗੁਣ ਬੰਦੇ ਦੇ ਅੰਦਰ ਵੀ, ਇਹ ਬਾਹਰੀ ਸਹਾਇਤਾ ਮਿਲੇ ਅੰਦਰ ਨਾਲ ਨਾ ਹੋਵੇ ਤਾਂ ਵੀ ਨਹੀਂ ਵਿੱਦਿਆ ਪੜ੍ਹਨੀ। ਅੰਦਰ ਵੀ ਇਹ ਪੰਜ ਗੁਣ ਹੋਣ, ਬਾਹਰ ਵੀ ਪੰਜ ਗੁਣਾਂ ਦੀ ਸਹਾਇਤਾ ਮਿਲੇ। ਕਹਿੰਦੇ ਵੀ ਇੱਕ ਤੇ ਗ੍ਰੰਥ ਦੇ ਨਾਲ ਪ੍ਰੀਤੀ ਪ੍ਰੇਮ ਹੋਵੇ, ਝੂਠੇ ਮੀਠੇ ਹੱਥ ਨਾ ਲਾਵੇ। ਭਾਵ ਜਿਸ ਗ੍ਰੰਥ ਦੀ ਵਿੱਦਿਆ ਪੜ੍ਹਨੀ ਆ ਉਸ ਗ੍ਰੰਥ ਨਾਲ ਹੀ ਪ੍ਰੇਮ ਭਾਵਨਾ ਹੋਣੀ ਚਾਹੀਦੀ ਆ ਅਤੇ ਗ੍ਰੰਥ ਦਾ ਆਪਣੇ ਸਰੀਰ ਨਾਲੋਂ ਵੱਧ ਅਦਬ ਕਰਨਾ ਚਾਹੀਦਾ। ਕਿਉਂਕਿ ਸਤਿਗੁਰਾਂ ਦਾ ਵੀ ਬਚਨ ਹੈ, ਪੋਥੀ ਪਰਮੇਸ਼ਰ ਕਾ ਥਾਨ। ਹੁਣ ਕੋਈ ਇਹ ਨਾ ਕਹਿ ਦਿਓ ਤਾਂ ਗੁਰਬਾਣੀ ਦੀ ਗੱਲ ਕੀਤੀ ਨਹੀਂ। ਕੋਈ ਵੀ ਭਾਈ ਪੋਥੀ ਆ, ਸੰਥਿਆ ਕਰਨੀ ਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿ ਵਿਦਾਂਤ ਗ੍ਰੰਥ ਦੀ, ਜੇ ਉਹਨਾਂ ਪ੍ਰੇਮ ਨਹੀਂ ਹੋਊਗਾ ਤਾਂ ਪੜ੍ਹਾਂਗੇ ਕੀ। ਸ਼ਾਸਤਰ ਨਾਲ ਪ੍ਰੀਤੀ ਹੋਣੀ ਚਾਹੀਦੀ। ਸੁੱਧ ਬੁੱਧ, ਫਿਰ ਸ਼ਾਸਤਰ ਪ੍ਰੀਤ ਸੁੱਧ ਬੁੱਧ ਭਗਤ, ਇੱਥੇ ਵਿਸਰਾਮ। ਅਤੇ ਸੁੱਧ ਬੁੱਧ ਕੀ ਹੈ? ਦੂਸਰਾ ਗੁਣ। ਵਿੱਦਿਆ ਪੜ੍ਹਨ ਦੇ ਲਈ ਵਿਦਿਆਰਥੀ ਦੀ ਜਿਹੜੀ ਬੁੱਧੀ ਆ ਉਹ ਬੜੀ ਸੁੱਧ
निर्मल पवित्र होनी चाहिए। बुद्ध जी बुद्धि है ना शुद्ध निर्मल होनी चाहिए, तो जो ग्रंथां का जिहड़ा तात्पर्य सिद्धांत आ निचोड़ आ गुरु की विचार नूं छेती समझ सके। जे बुद्धि निर्मल होगी तो गल नूं फटाफट फड़ लूगा। जे बुद्धि मैली हुई विकारां विषयां च ते उहदी पढ़ाई वेले भी उहो जिही अंदर मैल चलदी रहनी है। वो पढ़िया पढ़ाया ना तो ग्रंथ समझ पैना, ना विद्या गुरु की जिहड़ी पढ़ाई हुई विद्या ही समझ पैनी, ना उन्हां दे बचन ही समझ आने, क्योंकि ध्यान नहीं है बुद्धि का। बुद्धि शुद्ध होनी बड़ी जरूरी आ तां जो पता लग सके गुरु जी ने की कहा है ग्रंथ विच, सिद्धांत की ग्रंथ का निचोड़ की। ते अगे भगत विद्या पढ़न वाला जिहड़ा विद्यार्थी आ परमेश्वर की भगती वाला भी होना चाहिए। सिमरन अभ्यासी होवे, माला फेरदा होवे, पाठी पाठ करदा होवे, भगत भगती वाला होवे, गुरु की सेवा भगती वाला ही होवे, जिस को पढ़ना परमेश्वर की भगती वाला भी हो। उद्यम रोग ना देह, चौथा गुण किया उद्यम। पहला शास्त्र प्रीत, दूजा शुद्ध बुद्ध, पंजवां तीजा भगत, चौथा उद्यम। विद्या पढ़न वाला विद्यार्थी उद्यम कहिए उद्यमी होना चाहिए। अमृत वेले उठण का विद्या पढ़न का उद्यमी होना चाहिए। इन्हां संध्या वेले कंबल घुट के पिया होवे। पिछे भी दसिया ना विकार विकूर सौना सूना खाना पीना छड्ड देवे जदों संध्या पढ़नी, उद्यमी होवे। रोग ना दे, पंजवां की आ रोग ना दे। देह फिर विद्यार्थी की देह नूं कोई रोग ना होवे, बीमारी ना लगी होवे, भाव शरीर अरोग होवे तां विद्या सावधानता नाल पढ़ सकदा। नहीं तो जे जुकाम लगा नक साफ करदा रहूगा, जे खांसी लगी खांसदा रहूगा, बुखार जड़ा डिगदा रहूगा, नींद आऊगी, देह विच कोई रोग ना होवे। कर है बृद्ध विद्या पठी, इन्हां गुणां करके पंजां दे जिहड़ी विद्या पढ़ी कहिए पढ़ी हुई आ, बृद्ध कहिए वदना कर है कहिए करती है। पांच अंतर गुण एह, पांच अंतर बिंदी जिहड़ी टिपी हो जानी ते जिहड़ा करना वो ऐड़ा हो जाना, वो बन जाना पांच अंतर। भाव पांच पंज अंतर कहिए अंदरले गुण एह कहिए ये कथन कीते हैं। इस प्रकार जिस पुरख ने विद्या पढ़नी है वो पांच बाहरले गुण उन्होंने सहकारी होने बड़े जरूरी, उन्होंने सहायता मिलनी जरूरी है। तो पांच अंदरले गुण वो अपने अंदर धारण करने बड़े जरूरी आ, फिर छेती विद्या जिहड़ी आ पढ़नी आ जाती है। जे इन्हां गुणां विचों है नहीं संपूर्ण तो विद्या पढ़नी उन्होंने औखी हो जाती है। विद्या जिहड़ी फली भूत भी नहीं होंदी। सो भुलां चुकां दी खिमा करनी जी। अज आपां इत्थे जिहड़ी समाप्ति करिए, बाकी आपां कल विचार करांगे। शास्त्र प्रीत शुद्ध बुद्ध भगत, उद्यम रोग ना देह, कर है बृद्ध विद्या पठी, पांच अंतर गुण एह। पठी पाठ पोला करना, पठी नहीं कहना। वाहिगुरू जी का खालसा वाहिगुरू जी की फतेह।